सत श्री अकाल जी। मैं कुलवंत सिंह गिल एक बार फिर पंजाबी ਦੀਆਂ खबरां लैके हाजिर हो चुकिया। सो सब तो पहला पहली खबर ਵੱਲ ਚੱਲਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਗਾਉਂਦਾ ਪੰਜਾਬ ਵੱਲੋਂ ਸਮੁੱਚੀ ਟੀਮ ਵੱਲੋਂ ਤੁਹਾਨੂੰ ਕਰਵਾ ਚੌਥ ਦੀਆਂ ਲੱਖ ਲੱਖ ਮੁਬਾਰਕਾਂ। ਪੂਰੀ ਦੁਨੀਆ ਦੇ ਵਿੱਚ ਕਰਵਾ ਚੌਥ ਵਾਲੇ ਦਿਨ ਰੌਣਕਾਂ ਰਹੀਆਂ। ਸਭ ਤੋਂ ਪਹਿਲਾਂ ਪਹਿਲੀ ਖਬਰ ਉਹ ਵੀ ਕੈਨੇਡਾ ਦੀ। ਕੈਨੇਡਾ ਸਰਕਾਰ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਮੀਗ੍ਰੇਸ਼ਨ ਕੈਨੇਡਾ IRCC ਵੱਲੋਂ ਇਸ ਸਾਲ ਮਾਤਾ ਪਿਤਾ ਅਤੇ ਦਾਦਾ ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਸ ਬਾਬਤ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ, ਜਿਨ੍ਹਾਂ ਵਿੱਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। CIC ਨਿਊਜ਼ ਦੇ ਮੁਤਾਬਕ IRCC ਦਾ ਕਹਿਣਾ ਹੈ ਕਿ ਪੂਲ ਵਿੱਚ ਲਗਭਗ 1,55,000 ਸੰਭਾਵੀ ਸਪਾਂਸਰ ਬਾਕੀ ਹਨ। ਉਸ ਸਮੇਂ ਸੰਭਾਵੀ ਸਪਾਂਸਰਾਂ ਨੂੰ IRCC ਦੀ ਵੈਬਸਾਈਟ ਤੇ ਇੱਕ ਫਾਰਮ ਭਰ ਕੇ ਆਪਣੀ ਦਿਲਚਸਪੀ ਦਿਖਾਉਣ ਲਈ 3 ਹਫ਼ਤੇ ਦਿੱਤੇ ਗਏ ਸਨ। IRCC ਨੇ ਫਿਰ ਇੱਕ ਲਾਟਰੀ ਕੱਢੀ ਅਤੇ PGP 2020 ਲਈ ਲਗਭਗ 10,000 ਅਰਜ਼ੀਆਂ ਨੂੰ ਸਵੀਕਾਰ ਕੀਤਾ ਗਿਆ ਸੀ। ਪਿਛਲੇ ਸਾਲ IRCC ਦੇ PGP 2021 ਲਈ ਲਗਭਗ 30,000 ਅਰਜ਼ੀਆਂ ਨੂੰ ਸਵੀਕਾਰ ਕਰਨ ਦੇ ਲਈ ਉੱਥੇ ਪੂਲ ਵਿੱਚੋਂ ਖਿੱਚਿਆ। ਇਸ ਦੇ ਨਾਲ ਹੀ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਰ IRCC ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜੇਗਾ। ਸਾਲ 2021 ਲਈ ਵੀ ਇਹੀ ਰੁਝਾਨ ਜਾਰੀ ਰਹੇਗਾ। ਜਿਨ੍ਹਾਂ ਨੇ 2020 ਵਿੱਚ ਸਪਾਂਸਰ ਫਾਰਮ ਵਿੱਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ, ਉਹਨਾਂ ਨੂੰ ਵੀ ਸੱਦੇ ਭੇਜੇ ਜਾਣਗੇ। ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਤੀ ਤੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਕਾਰਨ ਪਤੀ ਵੱਲੋਂ ਪਤਨੀ ਦੀ ਮਾਰਕੁੱਟ ਕਰਨ ਦੇ ਦੋਸ਼ ਪਤਨੀ ਵੱਲੋਂ ਲਗਾਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੰਗੀਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਨਿਊ ਡਿਫੈਂਸ ਕਲੋਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿੱਚੋਂ ਰਿਟਾਇਰਡ ਹਨ। ਉਹਨਾਂ ਕਿਹਾ ਕਿ ਉਸਦੇ ਪਤੀ ਦਾ ਗੈਰ ਔਰਤਾਂ ਨਾਲ ਨਾਜਾਇਜ਼ ਸੰਬੰਧ ਹੋਣ ਕਰਕੇ ਮੇਰੇ ਨਾਲ ਮਾਰ-ਕੁੱਟ ਕਰਦਾ ਰਹਿੰਦਾ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ। ਮੇਰਾ ਨਾਮ ਜਗੀਰ ਕੌਰ ਹੈ। ਮੈਂ DRM ਆਫਿਸ ਫਿਰੋਜ਼ਪੁਰ ਵਿੱਚ COS 31/5/2018 ਨੂੰ ਰਿਟਾਇਰ ਹੋਈ ਹਾਂ। 13/12/1987 ਨੂੰ ਮੇਰੀ ਮੈਰਿਜ ਹੋਈ ਹੈ। ਉਸ ਤੋਂ ਬਾਅਦ 5 ਸਾਲ ਮੇਰੇ ਪਤੀ ਜੀ ਮੇਰੇ ਨਾਲ ਠੀਕ ਰਹੇ ਨੇ। ਉਸ ਤੋਂ ਬਾਅਦ ਮੇਰੇ ਹੈਂਡੀਕੈਪ ਹੋਣ ਦੇ ਨਾਤੇ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਔਰਤਾਂ ਨਾਲ ਗੈਰ ਔਰਤਾਂ ਨਾਲ ਸੰਬੰਧ ਸ਼ੁਰੂ ਕਰ ਲਏ, ਜਦ ਕਿ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀਗਾ। ਬਾਅਦ 'ਚ ਮੇਰਾ ਪਤਾ ਲੱਗਣ ਦੇ ਬਾਵਜੂਦ ਇਹਨਾਂ ਨੇ ਮੈਨੂੰ ਕੈਮੀਕਲ ਮਰਵਾਉਣ ਦੀਆਂ ਕੋਸ਼ਿਸ਼ਾਂ ਬਹੁਤ ਜ਼ਿਆਦੀਆਂ ਕੀਤੀਆਂ ਅਤੇ ਉਹ ਮੈਂ ਸਾਰੇ ਪਾਸੇ ਗੁਹਾਰ ਲਾ ਲਈ ਹੈ, ਮੇਰੀ ਕੋਈ ਸੁਣਾਈ ਨਹੀਂ ਹੈ। ਉਹ 2 ਔਰਤਾਂ ਨੇ ਸਾਡਾ ਸਾਰਾ ਘਰ, ਇੱਕ ਮਕਾਨ ਮੇਰਾ ਸ਼ਾਂਤੀ ਨਗਰ ਸੀ, ਉਹ ਵੀ ਖਾ ਗਈਆਂ। ਇਹਨਾਂ ਮੇਰੇ ਹਸਬੈਂਡ ਦੀ ਪੂਰੀ ਤਨਖਾਹ ਲੈਂਦੀਆਂ ਸੀਗੀਆਂ, ਸਾਰਾ ਕੁਝ। ਈਵਨ ਕਿ ਮੇਰੀ ਕੁੜੀ ਵੀ ਜਿਹੜੀ ਹੈ ਉਹ ਵੀ ਇਹਨਾਂ ਨੇ ਬਲੈਕਮੇਲ ਕਰ ਲਈ ਹੈ, ਜਵਾਈ ਨੂੰ ਵੀ ਆਪਣੇ ਵੱਲ ਕਰ ਲਿਆ। ਮੇਰੀ ਕੋਈ ਸੁਣਾਈ ਨਹੀਂ। ਉਹਨਾਂ ਦੇ ਨਾਲ ਰਲ ਕੇ ਉਹ ਵੀ ਹੀ ਉਹਨਾਂ ਦਾ ਮਰਵਾਉਣ ਵਿੱਚ ਸਾਥ ਦਿੰਦੇ ਨੇ। ਮੈਂ CBI ਰਾਈਟਰਸ, ਹਿਊਮਨ ਰਾਈਟਰਸ, DGP ਸਾਰੇ ਪਾਸੇ ਗੁਹਾਰ ਲਾਈ, ਮੇਰੀ ਕੋਈ ਸੁਣਾਈ ਨਹੀਂ ਹੋਣ ਦਿੰਦਾ। ਇੱਕ ਉੱਥੇ ਸਤਿੰਦਰ ਸਿੰਘ ਜਲੰਧਰ ਹੌਲਦਾਰ ਹੈ ਜੋ ਕਿ ਮੇਰੇ ਤੋਂ ਪੈਸੇ ਮੰਗਦਾ ਸੀ। ਉਹਦੀ ਇਨਕੁਆਇਰੀ ਲਾਈ ਗਈ ਸੀ, ਮੇਰੀ ਇਨਕੁਆਇਰੀ ਵਾਸਤੇ ਮੇਰੇ ਤੋਂ ਪੈਸੇ ਮੰਗਦਾ ਸੀ। ਮੈਂ ਪੈਸੇ ਨਹੀਂ ਦੇ ਸਕਦੀ ਸੀ, ਨਾ ਮੈਂ ਰਿਸ਼ਵਤ ਲਈ ਆ ਨਾ ਮੈਂ ਦੇ ਸਕਦੀ ਹਾਂ। ਮੈਂ ਉਹਨੂੰ ਕਿਹਾ ਮੈਂ ਨਹੀਂ ਰਿਸ਼ਵਤ ਦੇ ਸਕਦੀ, ਅਤੇ ਉਸਨੇ ਮੇਰੇ ਘਰ ਵਾਲਿਆਂ ਨੂੰ ਉਹਨੂੰ ਪੈਸਾ ਦੇਣਾ ਕਰਤਾ। ਮੇਰੇ ਘਰ ਵਾਲੇ ਨੇ ਇਹ ਹੁਣ ਲਾਸਟ 'ਚ ਹੀ ਕਿਹਾ ਵੀ ਇਹਨੂੰ ਮਰਵਾ ਦੇਣ, 4 ਮਰਲੇ ਜਿਹੜੇ ਮਕਾਨ ਦੇ ਨਾਂ ਨੇ ਉਹ ਮੈਂ ਵੇਚ ਕੇ ਤੁਹਾਨੂੰ ਦੇ ਦਾਂਗਾ। ਅਤੇ ਇਸ ਕਰਕੇ ਉਹ ਸਤਿੰਦਰ ਸਿੰਘ ਉਹ ਹੋਰ ਪੁਲਿਸ ਦੇ ਸਬੰਧ ਦੇ ਨਾਲ ਉਹ ਮੇਰੀ ਕਿਸੇ ਗੁਹਾਰ ਨਹੀਂ ਚੱਲਣ ਦਿੰਦਾ। ਲਾਸਟ 'ਚ ਮੈਂ ਮੋਦੀ ਜੀ ਨੂੰ ਈਮੇਲ ਕੀਤੀ, ਮੋਦੀ ਜੀ ਨੇ ਮੈਨੂੰ ਬੜੀ ਸੁਣਾਈ ਕੀਤੀ, ਧੰਨਵਾਦ ਹੈ ਮੋਦੀ ਜੀ ਦਾ। ਉਹਨਾਂ ਨੇ ਇਨਕੁਆਇਰੀ ਮੇਰੀ CID ਇੰਟੈਲੀਜੈਂਸ ਅੰਮ੍ਰਿਤਸਰ ਨੂੰ ਪਾ ਦਿੱਤੀ, 11/7/2022 ਨੂੰ ਪਾਈ ਸੀਗੀ, ਜੋ ਕਿ ਅੱਜ ਤੱਕ ਇਨਕੁਆਇਰੀ ਉਹ ਮੇਰੀ ਸਤਵਿੰਦਰ ਸਿੰਘ ਜਿਹੜਾ ਹੈ ਉਹ ਹੋਣ ਨਹੀਂ ਦੇ ਰਿਹਾ। ਪੁਲਿਸ ਦੇ ਰਾਹੀਂ ਉਹ ਰੁਕਵਾਈ ਹੋਈ ਹੈ। ਬਠਿੰਡਾ ਵਿਖੇ ਆਲ ਪੰਜਾਬ ਆਂਗਨਵਾੜੀ ਵਰਕਰ ਯੂਨੀਅਨ ਵੱਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਸਾਹਮਣੇ ਦਿੱਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਡਾ ਨਿਗੂਣਾ ਜਿਹਾ ਮਾਣ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਚੋਣਾਂ ਸਮੇਂ ਇਹਨਾਂ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡਾ ਮਾਣ ਭੱਤਾ ਦੁੱਗਣਾ ਕਰਾਂਗੇ, ਪਰ ਹੁਣ 5 ਮਹੀਨੇ ਤੋਂ ਕਿਸੇ ਆਂਗਨਵਾੜੀ ਵਰਕਰ ਜਾਂ ਹੈਲਪਰ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਗਿਆ। ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਗੁਰਮੀਤ ਕੌਰ।
ਅਸੀਂ ਅੱਜ ਜਗਰੂਪ ਸਿੰਘ ਗਿੱਲ ਜੋ ਕਿ ਸਾਡੇ ਐਮਐਲਏ ਨੇ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਲਗਾਇਆ। ਅਸੀਂ ਇਹ ਧਰਨਾ ਕੱਲ੍ਹ ਵੀ ਲਗਾਇਆ ਸੀ। ਇਹ ਧਰਨਾ ਲਗਾਉਣ ਦਾ ਸਾਡਾ ਮੁੱਖ ਮਕਸਦ ਇਹ ਹੈ ਕਿ ਪਿਛਲੇ 4.5 ਮਹੀਨੇ ਤੋਂ ਬਠਿੰਡਾ ਬਲਾਕ ਐਨਜੀਓ 'ਚ ਹੋਣ ਕਰਕੇ ਸਾਨੂੰ ਮਾਣ ਭੱਤਾ ਨਹੀਂ ਮਿਲਿਆ। ਅਸੀਂ ਆਪਣੀ ਆਵਾਜ਼ ਇਹਨਾਂ ਰਾਹੀਂ ਸਰਕਾਰ ਤੱਕ ਪਹੁੰਚਾਉਣ ਆਏ ਹਾਂ ਕਿ ਜਿਹੜਾ ਸਾਡਾ ਰੁਕਿਆ ਹੋਇਆ ਮਾਣ ਭੱਤਾ ਹੈ ਉਹਨੂੰ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ। ਬਾਕੀ ਸਭ ਕੁਝ ਸਾਨੂੰ ਦੱਸਿਆ ਜਾ ਰਿਹਾ ਕਿ ਉੱਥੇ ਤਿਆਰ ਪਿਆ, ਸਿਰਫ ਇੱਕ ਫਾਈਲ 'ਤੇ ਸਾਈਨ ਹੋਣੇ ਬਾਕੀ ਹੈ ਸੈਕਟਰੀ ਸਾਹਿਬ ਦੇ। ਤਾਂ ਅਸੀਂ ਇਹਨਾਂ ਰਾਹੀਂ ਇਹੀ ਬੇਨਤੀ ਕਰਨ ਆਏ ਹਾਂ ਕਿ ਸਾਡੀ ਉਸ ਫਾਈਲ 'ਤੇ ਜਿਹੜੇ ਸਾਈਨ ਹੈ ਉਹ ਕਰਵਾਏ ਜਾਣ। ਸਰ ਅਸੀਂ ਤਾਂ ਬਹੁਤ ਹੀ ਨਿਰਾਸ਼ਾ ਦੇ ਆਲਮ 'ਚੋਂ ਲੰਘ ਰਹੇ ਹਾਂ। ਤੁਸੀਂ ਦੇਖੋ ਤਿਉਹਾਰਾਂ ਦੇ ਦਿਨ ਨੇ, ਸਾਡੀਆਂ ਜਿਹੜੀਆਂ ਵਰਕਰ ਭੈਣਾਂ, ਪਹਿਲਾਂ ਦੁਸ਼ਹਿਰਾ ਫਿੱਕਾ ਲੰਘਿਆ ਜੀ ਇਹਨਾਂ ਦਾ, ਫਿਰ ਹੁਣ ਕੱਲ੍ਹ ਨੂੰ ਤੁਹਾਨੂੰ ਪਤਾ ਹੀ ਹੈ ਕਰਵੇ ਦਾ ਤਿਉਹਾਰ ਹੈ। ਤਾਂ ਪਹਿਲਾਂ ਇਹਨਾਂ ਨੂੰ ਇਹ ਉਮੀਦ ਸੀ ਕਿ ਚਲੋ ਉਦੋਂ ਤੱਕ ਕੁਛ ਨਾ ਕੁਛ ਸਾਨੂੰ ਮਿਲ ਜਾਊਗਾ, ਲੇਕਿਨ ਸਾਨੂੰ ਫਿਰ ਵੀ ਹਜੇ ਤੱਕ ਕੋਈ ਮਾਣ ਪਤਾ ਨਹੀਂ ਮਿਲਿਆ। ਅਸੀਂ ਇਸੇ ਲਈ ਅੱਕ ਕੇ ਕੱਲ੍ਹ ਤੋਂ ਇਹਨਾਂ ਦੇ ਦਰਵਾਜ਼ੇ ਅੱਗੇ ਆਏ ਹਾਂ ਕਿ ਇਹ ਸਾਡੀ ਆਵਾਜ਼ ਨੂੰ ਉਦੋਂ ਤੱਕ ਪਹੁੰਚਾਉਣ ਤਾਂ ਜੋ ਸਾਡੀਆਂ ਭੈਣਾਂ ਦੀ ਜਿਹੜੀ ਦੀਵਾਲੀ ਹੈ ਉਹ ਵਧੀਆ ਢੰਗ ਨਾਲ ਬੀਤ ਸਕੇ। ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਾਣੀ ਤਹਿਸੀਲ ਵਿੱਚ ਬਿਨਾਂ ਮਨਜ਼ੂਰੀ ਬਣੇ ਕੁਝ ਚੈਂਬਰ ਕੱਲ ਦੇਰ ਸ਼ਾਮ ਢਾਹ ਦਿੱਤੇ ਗਏ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਚੈਂਬਰ ਬਗੈਰ ਮਨਜ਼ੂਰੀ ਤੋਂ ਬਣੇ ਸਨ ਉਹਨਾਂ ਨੂੰ ਹੀ ਢਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਗੈਰ ਕਾਨੂੰਨੀ ਬਣੇ ਹੋਏ ਹਨ, ਇਸ ਲਈ ਉਹਨਾਂ ਨੂੰ ਨੋਟਿਸ ਦੇਣਾ ਕੋਈ ਜ਼ਰੂਰੀ ਨਹੀਂ। ਉਧਰ ਚੈਂਬਰਾਂ ਦੇ ਮਾਲਕ, ਵਕੀਲ, ਟਾਈਪਿਸਟ, ਅਰਜੀ ਵਸੀਕਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਕੁਝ ਸਮੇਂ ਦੀ ਮੰਗ ਕੀਤੀ ਸੀ ਪਰ ਉਹਨਾਂ ਵੱਲੋਂ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਜਸਵੀਰ ਸਿੰਘ ਐਡਵੋਕੇਟ ਜੀ, ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਕੀ ਹੋਇਆ? ਸਰ ਦਿੱਕਤ ਇੱਥੇ ਇਹ ਆ ਰਹੀ ਹੈ ਵੀ ਅਸੀਂ ਕਾਫੀ ਦੇਰ ਤੋਂ ਇੱਥੇ ਬੈਠੇ ਹਾਂ ਜੀ। ਹੁਣ ਸਾਨੂੰ ਜਿਹੜਾ ਹੈਗਾ ਨਾ ਕੋਈ ਨੋਟਿਸ ਆ, ਨਾ ਕੋਈ ਚੇਤਾਵਨੀ ਆ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਔਰ ਇੱਕ ਤਰ੍ਹਾਂ ਜਿਵੇਂ ਤੁਗਲਕੀ ਫਰਮਾਨ ਹੁੰਦਾ ਵੀ ਕੱਲ੍ਹ ਹੀ ਸਾਨੂੰ ਇੱਕੋ ਦਮ ਆ ਕੇ ਇੱਥੇ ਸ਼ਾਮ ਨੂੰ ਕਿਹਾ ਗਿਆ ਵੀ ਤੁਸੀਂ ਆਦੀਆਂ ਸੀਟਾਂ ਖਾਲੀ ਕਰੋ ਜੀ, ਸਾਨੂੰ ਹਟਾਉਣ ਦੇ ਆਰਡਰ ਆ। ਇਹ ਸਰ ਸੀਟਾਂ ਜਿਹੜੀਆਂ ਬਣੀਆਂ ਕੋਈ ਐਂ ਤਾਂ ਹੈ ਨਹੀਂ ਵੀ ਇਹ ਰਾਤੋਂ ਰਾਤ ਬਣ ਗਈਆਂ ਜਾਂ 2-4 ਘੰਟਿਆਂ ਦਾ ਕੰਮ ਤਾਂ ਹੈ ਨਹੀਂ ਆ। ਇਹ ਕਿੰਨੇ ਦਿਨ ਕੰਮ ਹੁੰਦਾ ਰਿਹਾ, ਇੰਨੇ ਸਾਲਾਂ ਤੋਂ ਅਸੀਂ ਇੱਥੇ ਬੈਠੇ ਹਾਂ। ਹੁਣ ਸਾਨੂੰ ਜਿਹੜਾ ਧੱਕੇ ਨਾਲ ਇੱਥੋਂ ਉਠਾਇਆ ਜਾ ਰਿਹਾ ਹੈਗਾ, ਜਦੋਂ ਕਿ ਸਾਨੂੰ ਕੋਈ ਇਹਦਾ ਅਲਟਰਨੇਟਿਵ ਸਾਨੂੰ ਦਿੱਤਾ ਜਾਵੇ, ਸਾਨੂੰ ਕੋਈ ਜਗ੍ਹਾ ਅਲਾਟ ਕੇ ਹੋਰ ਕੀਤੀ ਜਾਵੇ, ਸਾਨੂੰ ਕੋਈ ਦੱਸਿਆ ਜਾਵੇ ਵੀ ਭਾਈ ਤੁਸੀਂ ਇੱਥੇ ਹੋਰ ਕਿਤੇ ਸੈਟਲ ਕਰ ਲਓ ਜਾਂ ਇੱਥੇ ਆਪਦੇ ਪਾ ਲਓ, ਜਾਂ ਜਿਹੜੇ ਸਾਡੇ ਚੈਂਬਰ ਬਣੇ ਹੋਏ ਆ ਸਾਨੂੰ ਇਹ ਰੈਗੂਲਰ ਕੀਤੇ ਜਾਣ, ਸਾਡੇ ਤੋਂ ਕੋਈ ਜਿਹੜੀ ਬਣਦੀ ਫੀਸ ਆ ਉਹ ਭਰਾਈ ਜਾਵੇ। ਪਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਬਸ ਸਾਨੂੰ ਸ਼ਾਮ ਨੂੰ ਪਹਿਲਾਂ ਇਹ ਪੰਜਾ ਲੈ ਕੇ, ਬਲਡੋਜ਼ਰ ਲੈ ਕੇ ਵੀ ਇਹ ਸਾਨੂੰ ਸਾਡੇ ਕੋਲ ਢਾਉਣ ਦੇ ਆਰਡਰ ਹੈ, ਇਸ ਤਰ੍ਹਾਂ ਕਹਿ ਕੇ ਅਸੀਂ ਪ੍ਰੋਟੈਸਟ ਕੀਤਾ। ਤੇ ਇੱਕ ਵਾਰ ਤਾਂ ਮੁੜ ਗਏ, ਕਹਿੰਦੇ ਨਹੀਂ ਚਲੋ ਅਸੀਂ ਡੀ ਸਾਹਿਬ ਨਾਲ ਗੱਲ ਕਰਦੇ ਹਾਂ, ਕਹਿੰਦੇ ਵੀ ਤੁਹਾਨੂੰ ਟਾਈਮ ਲੈ ਕੇ ਦੇ ਦਿੰਦੇ। ਅਸੀਂ ਕਿ ਸਾਨੂੰ ਟਾਈਮ ਦੇ ਦਿਓ 5-4-10 ਦਿਨਾਂ ਦਾ, ਅਸੀਂ ਆਪਣੇ ਆਪ ਹੀ ਆਦੇ ਇੱਥੋਂ ਜਿਹੜੇ ਚੈਂਬਰ ਮੂਵ ਕਰ ਲਾਂਗੇ। ਕਹਿੰਦੇ ਕੋਈ ਗੱਲ ਨਹੀਂ, ਚਲੋ ਅਸੀਂ ਗੱਲ ਕਰਦੇ ਹਾਂ। ਇੰਨੀ ਗੱਲ ਕਹਿ ਕੇ ਸਾਨੂੰ ਆਸ਼ਵਾਸਨ ਦੇ ਕੇ ਚਲੇ ਗਏ। ਉਸ ਤੋਂ ਬਾਅਦ ਜਦੋਂ ਅਸੀਂ ਆਦੇ ਘਰ ਚਲੇ ਗਏ ਤੇ ਇਹਨਾਂ ਨੇ ਨਾਲ ਦੇ ਨਾਲ ਫਿਰ ਸ਼ਾਮ ਨੂੰ ਦੇਰ ਰਾਤ ਹਨੇਰੇ ਪਏ ਆਪਦੀ ਕਾਰਵਾਈ ਆ ਕੇ ਕਰਤੀ। ਇਹਨਾਂ ਨੇ ਆ ਕੇ ਬਲਡੋਜ਼ਰ ਨਾਲ ਸਾਡੇ 3-4 ਟੈਂਬਰ ਢਾਹ ਤੁਹਾਡੇ ਸਾਹਮਣੇ ਢਾਏ ਪਏ ਚੈਂਬਰ ਜੀ। ਇਹ ਤੇ ਇਹ ਰੁਜ਼ਗਾਰ ਆ ਜੀ। ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਵੀ ਅਸੀਂ ਵੀ ਆਪਣਾ ਸਰਕਾਰ ਵੱਲੋਂ ਤਾਂ ਦੇਖੋ ਜੀ ਹੁਣ ਵੱਡੇ ਵਾਅਦੇ ਰੋਜ਼ ਹੀ ਕੀਤੇ ਜਾਂਦੇ ਆ ਵੀ ਜਿਹੜੇ ਵੀ ਲੋਕਾਂ ਨੂੰ ਅਸੀਂ ਵੀ ਅੱਜ ਦੀ ਯੂਥ ਆ ਜਿਹੜੇ ਵੀ ਉਹਨਾਂ ਨੂੰ ਅਸੀਂ ਸਹੀ ਕੰਮ ਤੇ ਲਾਉਣਾ ਗਾ। ਉਹਨਾਂ ਦੇ ਹੱਥ ਵਿੱਚ ਨਸ਼ਾ ਨਹੀਂ, ਟੀਕੇ ਦੀ ਜਗ੍ਹਾ 'ਤੇ ਅਸੀਂ ਟਿਫਨ ਫੜਾਉਣੇ ਆ। ਪਰ ਇਹ ਜਿਹੜਾ ਸਿਸਟਮ ਕੁਝ ਹੋਰ ਹੀ ਹੋ ਰਿਹਾ ਜੀ ਇੱਥੇ, ਉਹ ਤਾਂ ਕਿਤੇ ਵਾਅਦੇ ਕਿਤੇ ਗੱਲਾਂ ਰਹਿ ਹੀ ਨਹੀਂ ਗਈਆਂ ਜਿਹਦੀ ਸਾਨੂੰ ਉਮੀਦ ਸੀ ਸਰਕਾਰ ਤੋਂ ਵੀ ਸ਼ਾਇਦ ਨੌਜਵਾਨਾਂ ਨੂੰ ਕੋਈ ਨਵਾਂ ਕੰਮ, ਕੋਈ ਨਵਾਂ ਰੁਜ਼ਗਾਰ ਦਿੱਤਾ ਜਾਊ, ਕੋਈ ਨਵੀਂ ਕੋਈ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਸਾਰੇ ਵਾਅਦੇ ਕਿਤੇ ਹਵਾ ਹੀ ਹੋ ਗਏ ਜੀ। ਹੁਣ ਤਾਂ ਜਿਹੜੇ ਅਸੀਂ ਮੰਨ ਲਓ 10-10, 20-20 ਸਾਲਾਂ ਤੋਂ ਬੈਠੇ ਤੇ ਆਪਦਾ ਪਰਿਵਾਰ ਪਾਲ ਰਹੇ ਹਾਂ, ਆਪਦਾ ਕੰਮ ਕਰ ਰਹੇ ਹਾਂ, ਉਹਨਾਂ ਨੂੰ ਵੀ ਧੱਕੇ ਨਾਲ ਉਠਾਇਆ ਜਾ ਰਿਹਾ। ਸਾਨੂੰ ਦੱਸੋ ਤਾਂ ਅਸੀਂ ਕਰਾਂਗੇ ਕੀ ਜੀ? ਸਾਡੀ ਅਧਿਕਾਰੀਆਂ ਦਾ ਪੰਜਾਬ ਦੇ ਅੰਦਰ ਵਾਰਦਾਤਾਂ ਦਾ ਗ੍ਰਾਫ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਮਜੀਠਾ ਦੀ ਗੱਲ ਕਰਦੇ ਹਾਂ, ਜਿੱਥੇ ਪਿੰਡ ਅਜੈਬ ਵਾਲੀ ਵਿੱਚ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਪੈਟਰੋਲ ਪੰਪ ਤੋਂ ਲੁੱਟ-ਪਾਟ ਕੀਤੀ ਗਈ। ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਤੇਲ ਪਵਾਇਆ, ਉਸ ਤੋਂ ਬਾਅਦ ਉਹਨਾਂ ਕਰਿੰਦਿਆਂ ਤੋਂ 14,700 ਰੁਪਏ ਲੁੱਟ ਕੇ ਫਰਾਰ ਹੋ ਗਏ। ਜਸਕਰਨਦੀਪ ਸਿੰਘ। ਜਸਕਰਨ, ਕੀ ਗੱਲ ਹੋਈ ਇੱਥੇ ਅੱਜ ਪੰਪ ਤੇ? ਪੰਪ ਤੇ ਇੱਥੇ ਮੁੰਡਾ ਸੇਲਮੈਨ ਤੇਲ ਪਾਉਣ ਦਾ ਕੰਮ ਕਰਦਾ ਆ। ਉਹਦੇ ਕੋਲ 2 ਬੰਦੇ ਆਂਦੇ ਆ ਅਣਪਛਾਤੇ, ਉਹ ਬੰਨੇ ਹੋਏ ਸੀ ਸਰਦਾਰ ਬੰਦੇ, ਤੇ ਉਹਨਾਂ ਨੇ ਆ ਕੇ ਤੇਲ ਪਵਾਉਣ ਦੇ 200 ਰੁਪਏ ਦਾ ਤੇਲ ਕਿਹਾ ਇਹਨੂੰ ਪਾ ਦੇ। ਤੇ ਇਹਨੇ 200 ਰੁਪਏ ਦਾ ਤੇਲ ਪਾਉਣ ਦੇ ਵਿੱਚੋਂ ਇਹਨੇ ਪੈਸੇ ਵੀ ਨਾਲ ਕੱਢੇ ਜਦੋਂ ਚੇਂਜ ਕਰਨ ਲਈ, ਤਾਂ ਉਹ ਇਹਨੂੰ ਰਿਵੋਲਵਰ ਦਿਖਾ ਕੇ ਕਹਿੰਦੇ ਕਿ ਆਪਣੇ ਬਾਕੀ ਦੇ ਪੈਸੇ ਦੇ ਦੇ ਸਾਨੂੰ, ਨਹੀਂ ਤਾਂ ਅਸੀਂ ਗੋਲੀ ਮਾਰ ਦਾਂਗੇ ਤੇਰੇ। ਇਹਨੇ ਆਪਣਾ ਹੱਥ ਪਿੱਛੇ ਕਰ ਲਿਆ, ਪੈਸੇ ਕਰ ਲਏ ਪਿੱਛੇ। ਦੂਜਾ ਬੰਦਾ ਜਿਹੜਾ ਚਾਲਕ ਸੀ ਉਹਨੇ ਪਿੱਛੋਂ ਇਹਦੇ ਨਾਲ ਝਪੱਟਾ ਮਾਰ ਕੇ ਇਹਦੇ ਕੋਲ ਪੈਸੇ ਖੋਹ ਕੇ ਤੇ ਬਾਈਕ ਤੇ ਸਵਾਰ ਹੋ ਕੇ ਦੋਨੋਂ ਫਰਾਰ ਹੋ ਗਏ ਇੱਥੋਂ। ਅਣਪਛਾਤੇ ਕਿ ਪਛਾਣਦੇ? ਨਹੀਂ, ਅਣਪਛਾਤੇ, ਕੋਈ ਪਛਾਣਦੇ ਨਹੀਂ ਇਸ ਬੰਦੇ। ਤੇ ਕੀ ਮੰਗ ਕਰਦੇ ਤੁਸੀਂ, ਕੀ ਕਰਨਾ ਚਾਹੁੰਦੇ? ਬਸ ਜੀ ਇਹ ਪਤਾ ਲੱਗੇ ਵੀ ਬੰਦੇ ਕੌਣ ਸੀਗੇ ਤੇ ਜਿਹੜਾ ਸਾਡੇ ਮੁੰਡੇ ਨਾਲ ਜੋ ਵੀ ਉਹਨਾਂ ਨੇ ਕੀਤਾ ਆ ਤੇ ਉਹਦਾ ਹਰਜਾਨਾ ਉਹਨੂੰ ਵਾਪਸ ਕੀਤਾ ਜਾਵੇ, ਕਿਉਂਕਿ ਇਹ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਬਹੁਤ ਸੁਣਨ 'ਚ ਆਈਆਂ ਨੇ ਤੇ ਸਾਡੇ ਨਾਲ ਵੀ ਹੋ ਚੁੱਕੀ ਆ ਤੇ ਇਹ ਗਾਂਹ ਨਾ ਹੋਵੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦਾ ਪਤਾ ਕੀਤਾ ਜਾਵੇ ਤੇ ਇਸ ਚੀਜ਼ ਨੂੰ ਤੇ ਰੋਕ ਪੰਨੀ ਜਾਵੇ। ਹਾਂਜੀ ਸਰ, ਕੀ ਮਾਮਲਾ ਜੀ ਆ ਜਿਹੜਾ ਅੱਜ ਇੱਥੇ ਹੋਇਆ ਜੈਬ ਵਾਲੀ ਪੰਪ ਤੇ? ਇਹ ਜੀ ਅੱਜ ਅਸੀਂ ਤਲਾਹ ਮਿਲ ਤੇ ਇੱਥੇ ਮੌਕਾ ਤੇ ਆਏ ਆ, ਸੱਚਰ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੇ।
ਇੱਥੋਂ ਦੇ ਜਿਹੜਾ ਸੇਲਜ਼ਮੈਨ ਹੈ ਹਰਗੁਰਿੰਦਰ ਸਿੰਘ, ਇਹਨੇ ਆਪਣੇ ਬਿਆਨ ਲਿਖਵਾਇਆ ਵੀ ਅੱਜ ਕਰੀਬ 3:37 ਮਿੰਟ ਤੇ ਦੋ ਨੌਜਵਾਨ ਜਿਨ੍ਹਾਂ ਮੂੰਹ ਬੱਧੇ ਹੋਏ ਸੀ ਸਪਲੈਂਡਰ ਮੋਟਰਸਾਈਕਲ ਤੇ ਆਏ ਆ ਤੇ ਉਹਨਾਂ 150 ਰੁਪਏ ਦਾ ਤੇਲ ਪਵਾਇਆ। ਜੋ ਪੈਸੇ ਦੇਣ ਲੱਗੇ ਤੇ ਉਹਨਾਂ ਇੱਕ ਜਣੇ ਨੇ ਜਿਹੜਾ ਪਿੱਛੇ ਬੈਠਾ ਸੀ ਉਹਨੇ ਰਿਵਾਲਵਰ ਕੱਢ ਕੇ ਇਹਦੀ ਛਾਤੀ ਤੇ ਤਾਣ ਕੇ ਤੇ ਕਿਹਾ ਵੀ ਆਪਣੇ ਜਿੰਨੇ ਪੈਸੇ ਸਾਨੂੰ ਦੇ ਤੇ ਉਹ ਪਿਛਲੇ ਨੇ ਉਹਦੀ ਬਾਂਹ ਮਰੋੜ ਕੇ ਪੈਸੇ ਖੋਹ ਗਏ। 14700 ਰੁਪਏ ਖੋਹ ਕੇ ਲੈ ਗਏ। ਜਿਸ ਸੰਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ। ਸਰ ਕੀ ਮੁੱਢਲੀ ਛਾਣਬੀਨ ਚ ਕੀ ਸਾਹਮਣੇ ਆਇਆ ਜੀ? ਬਸ ਉਹ ਆਏ ਤੇਲ ਪਵਾ ਕੇ ਪੈਸੇ ਖੋਹ ਕੇ ਲੈ ਗਏ ਆ। ਇਸ ਸੰਬੰਧੀ ਹੁਣ ਆਪਾਂ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਕੇ ਤੇ ਕੈਮਰੇ ਵਗੈਰਾ ਚੈੱਕ ਕਰਕੇ ਅੱਗੇ ਤਫਤੀਸ਼ ਅਮਲ ਚ ਲਿਆਵਾਂਗੇ। ਸੀਸੀਟੀਵੀ ਫੁਟੇਜ ਆਈ ਹੈ? ਹਾਂ, ਇਹਦੇ ਇੱਥੋਂ ਚੈੱਕ ਕੀਤੀ ਹੈ, ਗਾਂ ਅੱਗੇ ਵੀ ਸੜਕ ਤੇ ਲੱਗੇ ਜਿਹੜੇ ਰਸਤੇ 'ਚ ਉਹ ਵੀ ਚੈੱਕ ਕਰਾਂਗੇ, ਕਰਕੇ ਅਗਲੀ ਤਫਤੀਸ਼ ਅਮਲ ਚ ਲਿਆਵਾਂਗੇ। ਨਗਰ ਪੰਚਾਇਤ ਦੀ ਬੇਰੁਖੀ ਤੋਂ ਦੁਖੀ ਇਨਸਾਫ ਲਈ ਇਕੱਲਾ ਹੀ ਧਰਨੇ ਤੇ ਡਟਿਆ ਕਾਂਗਰਸੀ ਆਗੂ। ਇਨਸਾਫ ਨਾ ਮਿਲਣ ਤੱਕ ਰੋਜ਼ਾਨਾ ਹੀ ਧਰਨੇ ਤੇ ਬੈਠੇਗਾ। ਆਸ਼ੀਸ਼ ਪ੍ਰਵਾਕਰ ਨਾਂ ਦਾ ਇਹ ਸ਼ਖਸ ਇਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ। ਉਹ ਅੱਜ ਮਹਿਲਪੁਰ ਸ਼ਹਿਰ ਦੇ ਵਾਰਡ ਨੰਬਰ 12 ਦੇ ਇੱਕ ਕਾਂਗਰਸੀ ਆਗੂ ਨੇ ਨਗਰ ਪੰਚਾਇਤ ਤੋਂ ਬੇਰੁਖੀ ਅਤੇ ਦੁਖੀ ਹੋ ਕੇ ਅੱਜ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ। ਜਿਹੜਾ ਅੱਜ ਤੁਸੀਂ ਇੱਥੇ ਬੈਠੇ ਹੋ ਧਰਨਾ ਲਗਾ ਕੇ ਨਗਰ ਪੰਚਾਇਤ ਦੇ ਅੱਗੇ, ਭਾਈ ਨਗਰ ਪੰਚਾਇਤ ਦੀ ਸ਼ਹਿਰ ਤੇ ਸਰਕਾਰੀ ਗਲੀ ਛੱਤ ਲਈ ਗਈ ਆ। ਕਿਹੜੇ ਵਾਰਡ ਦੇ ਵਿੱਚ ਦੀ ਗੱਲ? 12 ਵਾਰਡ ਦੇ ਵਿੱਚ। ਅੱਛਾ ਜੀ। ਔਰ ਨਗਰ ਪੰਚਾਇਤ ਨੇ 2018 ਵਿੱਚ ਉਹਨਾਂ ਨੂੰ ਲੈਟਰ ਵੀ ਕੱਢੇ ਸੀਗੇ, ਪਰ ਇਹਨਾਂ ਦੀ ਸ਼ਹਿਰ ਦੇ ਨਾਲ ਗਲੀ ਛੱਤ ਲਈ ਮਾਮਲਾ ਅਦਾਲਤ ਵਿੱਚ ਚਲਾ ਗਿਆ ਔਰ ਅਦਾਲਤ ਨੇ ਫੈਸਲਾ ਸੁਣਾਇਆ ਆ ਕਿ ਕਮੇਟੀ ਕਾਰਵਾਈ ਕਰ ਸਕਦੀ ਹੈ। ਔਰ ਇਹਨਾਂ ਨੂੰ ਮੈਂ ਕਾਪੀ ਵੀ ਲਿਆ ਕੇ ਦਿੱਤੀ ਆ, ਦਰਖਾਸਤ ਵੀ ਦਿੱਤੀ ਆ, ਇਹਨਾਂ ਨੂੰ ਸਾਰੇ ਪੇਪਰ ਡਾਕੂਮੈਂਟ ਦੇ ਦਿੱਤੇ ਆ, ਪਰ ਇਹ ਪਰੇਸ਼ਾਨ ਕਰ ਰਹੇ ਆ। ਇਹ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਹੈਗੇ ਆ। ਮੈਨੂੰ ਕਾਂਗਰਸੀ ਹੋਣ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕਿਉਂ ਕਾਰਵਾਈ ਨਹੀਂ ਇਹ ਕਰ ਰਹੇ, ਪਤਾ ਕੁਝ? ਸਾਰੇ ਇਹਨਾਂ ਨੂੰ ਹੀ ਪਤਾ ਹੋਊਗਾ। ਜਿਸ ਵੇਲੇ ਵੀ ਆਉਣਾ ਆ ਇਹ ਕਹਿੰਦੇ ਈਓ ਸਾਹਿਬ ਹੈ ਨਹੀਂਗੇ, ਅੱਜ ਇਹ ਕਹਿੰਦੇ ਮੀਟਿੰਗ ਦੇ ਵਿੱਚ ਆ। ਅੱਛਾ ਜੀ। ਜਦ ਕਿ ਉਹਨਾਂ ਦੀ ਹਰ ਰੋਜ਼ ਡਿਊਟੀ ਬਣਦੀ ਆ ਵੀ ਇੱਥੇ ਆਉਣ ਉਹ। ਤੁਸੀਂ ਇਹਨਾਂ ਨੂੰ ਕੋਈ ਐਪਲੀਕੇਸ਼ਨ ਦਿੱਤੀ ਹੈ ਢਾਉਣ ਦੀ? ਸਾਰੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਢਾਉਣ ਦੀ। ਇਹਨਾਂ ਨੂੰ ਮੈਂ ਦੇਖੋ 4/10/2022 ਨੂੰ ਐਪਲੀਕੇਸ਼ਨ ਦਿੱਤੀ ਸੀਗੀ ਔਰ ਅਦਾਲਤ ਨੇ ਜੋ ਜਜਮੈਂਟ ਕਾਪੀ ਸੀ ਉਹ ਵੀ ਇਹਨਾਂ ਨੂੰ ਮੈਂ ਦਿੱਤੀ ਹੈ। ਐਪਲੀਕੇਸ਼ਨ ਸਭ ਕੁਝ ਲਿਖਿਆ ਆ, ਪਰ ਫਿਰ ਵੀ ਇਹ ਕਾਰਵਾਈ ਨਹੀਂ ਕਰ ਰਹੇ, ਪਰੇਸ਼ਾਨ ਕਰ ਰਹੇ ਸਾਨੂੰ। ਇਹ ਐਕਸੈਪਟ ਕਰ ਲਈ ਸੀ ਇਹਨਾਂ ਨੇ ਐਪਲੀਕੇਸ਼ਨ? ਜੀ ਸਾਰਾ ਦੇਖੋ ਇਹਨਾਂ ਦਾ ਨੰਬਰ ਲੱਗਾ ਹੈ ਦੂਸਰਾ ਰਿਸੀਵ ਕਰ ਲਈ ਆ, ਨੰਬਰ ਨਹੀਂ ਲਗਾਇਆ। ਨੰਬਰ ਨਹੀਂ ਲਗਾਇਆ ਸਰ। ਹੁਣ ਨੰਬਰ ਨੂੰ ਕਹਿੰਦੇ ਯੂ ਸਾਹਿਬ ਅਜੇ ਆਏ ਨਹੀਂ ਹੈਗੇ। ਹੁਣ ਤੁਹਾਡੇ ਕੋਲ ਇਹ ਖੜੇ ਸੀਗੇ, ਇਹ ਕੀ ਕਹਿ ਰਹੇ ਸੀ? ਇਹ ਸਰ ਇਹ ਕਹਿ ਰਹੇ ਆ ਵੀ ਯੂ ਸਾਹਿਬ ਮੀਟਿੰਗ ਦੇ ਵਿੱਚ। ਮੈਂ ਕਿਹਾ ਜੀ ਠੀਕ ਹੈ ਜੀ, ਤੁਸੀਂ ਆਪਣੀ ਡਿਊਟੀ ਕਰੋ, ਆਪਣੀ ਡਿਊਟੀ ਕਰਨੀ ਹੈ। ਤੁਹਾਨੂੰ ਇੱਕ ਦਿਨ ਦੇ ਧਰਨੇ ਨਾਲ ਇਨਸਾਫ ਮਿਲ ਜੂ? ਸਰ ਮੈਨੂੰ ਚਾਹੇ ਹਰ ਰੋਜ਼ 1 ਘੰਟਾ ਬੈਠਣਾ ਪਵੇ, 1 ਹਫ਼ਤਾ ਮੈਂ ਬੈਠੂੰਗਾ, ਉਸ ਤੋਂ ਬਾਅਦ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਜਿੰਨਾ ਚੱਕਰ ਮੈਨੂੰ ਇਨਸਾਫ ਨਹੀਂ ਮਿਲਦਾ ਹੈਗਾ ਨਾ, ਉਹਨਾਂ ਚੱਕਰ ਮੈਂ ਆਪਣਾ ਧਰਨਾ ਬੰਦ ਨਹੀਂ ਕਰਨਾ ਹੈਗਾ। ਥਾਣਾ ਬਲਟੋਹਾ ਪੁਲਿਸ ਨੇ ਕਿਲੋ ਹੈਰਨ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਲੋਕੀ ਕਿਸੇ ਗ੍ਰਾਹਕ ਨੂੰ ਹੈਰਨ ਸਪਲਾਈ ਕਰਨ ਦੇ ਚੱਕਰ ਵਿੱਚ ਸਨ, ਪਰ ਨਾਕੇ ਦੌਰਾਨ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਬਹਰਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ। ਮਾਨਯੋਗ ਡੀਜੀਪੀ ਸਾਹਿਬ ਪੰਜਾਬ, ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਮੁਹਿੰਮ ਸ਼ੁਰੂ ਕੀਤੀ ਗਈ, ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਐਸਪੀਡੀ ਸਾਹਿਬ ਵਿਸ਼ਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਚੱਲਦੇ ਹੋਏ ਜਿਹੜੀਆਂ ਪਿਛਲੇ ਦਿਨੀ ਡਰੋਨ ਦੀਆਂ ਮੂਵਮੈਂਟਸ ਬਾਰਡਰ ਦੇ ਉੱਤੇ ਸਾਨੂੰ ਨਜ਼ਰ ਆਉਂਦੀਆਂ ਸੀ, ਉਹਦੇ ਵਿੱਚ ਸਾਨੂੰ ਇਹ ਤੀਸਰੀ ਸਫਲਤਾ ਹਾਸਲ ਹੋਈ ਹੈ। ਇਸ ਦੇ ਵਿੱਚ ਅਸੀਂ ਨਿਰਮਲ ਸਿੰਘ ਪੁੱਤਰ ਕਾਰਜ ਸਿੰਘ ਜਿਹੜਾ ਵਾਹਤਾਰਾ ਸਿੰਘ ਦਾ ਤੇ ਗੁਰਸੇਵਕ ਸਿੰਘ ਪੁੱਤਰ ਸੇਵਕ ਸਿੰਘ ਹੈਗਾ ਲਾਖਨੇ ਦਾ, ਇਹਨਾਂ ਨੂੰ 2 ਬੰਦਿਆਂ ਨੂੰ ਅਰੈਸਟ ਕੀਤਾ ਤੇ 1 ਕਿਲੋ ਦੇ ਕਰੀਬ ਅਸੀਂ ਇਹਨਾਂ ਕੋਲੋਂ ਹੀਰੋਇਨ ਬਰਾਮਦ ਕੀਤੀ ਆ ਤੇ ਨਾਲ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਜਿਹੜਾ ਇਹਨਾਂ ਕੋਲ ਰਿਕਵਰ ਕੀਤਾ ਤੇ 4 ਬੰਦਿਆਂ ਦੇ ਖਿਲਾਫ ਇਹ ਜਿਹੜਾ ਮੁਕੱਦਮਾ ਦਰਜ ਕੀਤਾ। ਇਹਦੇ ਵਿੱਚ ਹਰਜਿੰਦਰ ਸਿੰਘ ਹਥੌੜੀ ਤੇ ਗੁਰਪਵਿੱਤਰ ਸਿੰਘ ਜਿਹੜੇ ਕਿ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੈਠੇ ਨੇ। ਹਰਜਿੰਦਰ ਸਿੰਘ ਹਥੌੜੀ ਬਾਰੇ ਜਿੱਥੇ ਤੱਕ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਅਸੀਂ ਡਰੋਨ ਮੂਵਮੈਂਟ ਨੂੰ ਤੋੜਦੇ ਹੋਏ ਇਹਦੇ ਕੋਲ 580 ਗ੍ਰਾਮ ਜਿਹੜੀ ਹੀਰੋਇਨ ਥਾਣਾ ਭਿੱਖੀਵਿੰਡ ਦੇ ਵਿੱਚ ਰਿਕਵਰ ਕੀਤੀ ਸੀ, ਜਿਹਦੇ ਵਿੱਚ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਸੀ। ਜਿਹੜਾ ਇੱਥੇ 12/9/22 ਨੂੰ ਇੱਕ ਡਰੋਨ ਮੂਵਮੈਂਟ ਵਲਟੋਆ ਥਾਣੇ ਦੇ ਏਰੀਆ ਦੇ ਵਿੱਚ ਹੋਈ ਸੀ, ਉਹਨੂੰ ਅਸੀਂ ਕਰੈਕ ਕਰਨ ਦੇ ਵਿੱਚ ਸਫਲ ਹੋਏ ਹਾਂ। ਇਹਦੇ ਵਿੱਚ ਨਿਰਮਲ ਸਿੰਘ ਤੇ ਗੁਰਸੇਵਕ ਸਿੰਘ ਨੂੰ ਅਸੀਂ ਮੌਕੇ ਤੇ ਅਰੈਸਟ ਕਰ ਲਿਆ। ਹਰਜਿੰਦਰ ਸਿੰਘ ਤੇ ਗੁਰਪਵਿੱਤਰ ਜਿਹੜੇ ਜੇਲ੍ਹ ਦੇ ਵਿੱਚ ਆ, ਇਹਨਾਂ ਨੂੰ ਅਸੀਂ ਪ੍ਰੋਟੈਕਸ਼ਨ ਬਣਨ ਤੇ ਲਿਆ ਕੇ ਇਹਨਾਂ ਕੋਲੋਂ ਹੋਰ ਜਿਹੜੀ ਪੁੱਛਗਿੱਛ ਕਰਾਂਗੇ।
ਫਾਜ਼ਿਲਕਾ ਪੁਲਿਸ ਵੱਲੋਂ ਪੁਲਿਸ ਲਾਈਨ ਫਾਜ਼ਿਲਕਾ ਵਿੱਚ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਈਜੀ ਫਿਰੋਜ਼ਪੁਰ ਰੇਂਜ ਜਸਕਰਨ ਸਿੰਘ IPS ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਕੈਂਪ ਦਾ ਜਾਇਜ਼ਾ ਲਿਆ ਤੇ ਇਸ ਕੈਂਪ ਵਿੱਚ ਪਹੁੰਚੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਵੀ ਸੁਣਿਆ। ਕੰਪਲੇਂਟ ਡਿਸਪਰਸਲ ਦਾ ਇੱਕ ਕੈਂਪ ਲਾਇਆ। SSP ਫਾਜ਼ਿਲਕਾ ਭਗਤ ਸਿੰਘ ਹਰਾ ਨੇ ਇਸ ਕੈਂਪ ਨੂੰ ਦੇ ਵਿੱਚ ਸਾਰੇ ਹੀ ਥਾਣੇ ਦੇ ਜਿਹੜੇ ਆਫਿਸਰਸ ਨੇ ਪਲੱਸ ਸਬ ਡਿਵੀਜ਼ਨ ਵਾਲੇ ਉਹਨਾਂ ਦੇ ਅਲੱਗ-ਅਲੱਗ ਇੱਕ ਡੈਸਕ ਬਣਾਏ ਔਰ ਉਹਦੇ ਵਿੱਚ ਜਿਹੜੀਆਂ ਵੀ ਕੰਪਲੇਂਟਸ ਪੁਰਾਣੀਆਂ ਨਵੀਆਂ ਜਿੰਨੀਆਂ ਵੀ ਸੀਗੀਆਂ ਉਹਨਾਂ ਦੇ ਪਾਰਟੀਜ਼ ਨੂੰ ਬੁਲਾਇਆ ਗਿਆ, ਉਹਨਾਂ ਤੋਂ ਮੌਕੇ ਤੇ ਸੁਣਿਆ ਗਿਆ ਔਰ ਮੌਕੇ ਤੇ ਹੀ ਉਹਨਾਂ ਦੇ ਹੱਲ ਕੱਢਣ ਵਾਸਤੇ ਇੱਥੇ ਸਾਰੇ ਆਫਿਸਰਸ ਵੀ ਸੀਗੇ ਔਰ ਉਹਨਾਂ ਦੇ ਹੱਲ ਕੱਢੇ ਗਏ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਜੇ ਕੋਈ ਮੈਟਰੀਮੋਨੀਅਲ ਇਸ਼ੂ ਸੀਗੇ ਉਹਨਾਂ ਨੂੰ ਦੋਵਾਂ ਪਾਰਟੀਜ਼ ਨੂੰ ਬੁਲਾਇਆ ਗਿਆ, ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਾਈ ਗਈ ਔਰ ਇਹਨੂੰ ਮੈਨੂੰ ਦੱਸਣ 'ਚ ਬਹੁਤ ਖੁਸ਼ੀ ਹੈ ਕਿ ਹੁਣ ਤੱਕ ਵੀ 7-8 ਜਿਹੜੇ ਇਹੋ ਜਿਹੇ ਕੇਸ ਜਿਹੜੇ ਪੁਰਾਣੇ ਜਿਹੜੇ ਹੋਏ ਸੀਗੇ ਉਹ ਵੀ ਸਾਡੇ ਆਫਿਸਰਸ ਨੇ ਬੈਠ ਕੇ ਉਹਨਾਂ ਦੇ ਕੰਪਰੋਮਾਈਜ਼ ਕਰਾਏ ਔਰ ਕੁੜੀਆਂ ਆਪਣੇ ਘਰ ਵਸਣ ਜਾ ਰਹੀਆਂ ਨੇ। ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਉੱਥੇ ਸਾਬਕਾ ਕਬੱਡੀ ਖਿਡਾਰੀ ਤੇ ਖੇਡ ਪ੍ਰਮੋਟਰ ਰਣਜੀਤ ਸਿੰਘ ਜੀਤਾ ਮੌੜ ਕਲਾਂ ਸੰਘਿਆ ਮਾਝੇ ਦੇ ਕਬੱਡੀ ਖਿਡਾਰੀ ਸੋਮਾ ਦੀ ਮਦਦ ਨਾਲ ਅੱਗੇ ਆਇਆ। ਜੀਤਾ ਮੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਬੱਡੀ ਉਸ ਦੀ ਰੂਹ ਦੀ ਖੁਰਾਕ ਹੈ ਤੇ ਲੋੜਵੰਦ ਕਬੱਡੀ ਖਿਡਾਰੀਆਂ ਦੀ ਬਾਂਹ ਫੜਨਾ ਉਸ ਦਾ ਫਰਜ਼ ਵੀ ਬਣਦਾ ਹੈ। ਉਹਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਉਸ ਦੇ ਦਰਵਾਜ਼ੇ ਖੁੱਲ੍ਹੇ ਹਨ। ਇੱਕ ਨਾ ਸਿੰਮਾ ਕਬੱਡੀ ਪਲੇਅਰ ਆ ਆਪਣੇ ਤਰਨਤਾਰਨ ਜ਼ਿਲ੍ਹੇ ਦਾ, ਉਹ ਸਾਨਾ ਮੈਂ ਜਦੋਂ ਕਬੱਡੀ ਛੱਡੀ ਸੀਗੀ ਤਕਰੀਬਨ ਤੇ ਮੈਨੂੰ 2006 'ਚ ਚਾਚੇ ਮੌੜ ਨੇ ਮੈਂ 4 'ਚ ਛੱਡਤੀ ਸੀ ਤੇ ਮੈਨੂੰ ਉਦੋਂ ਪਲੇਅਰ ਪਾਕਿਸਤਾਨ 'ਚੋਂ ਨਹੀਂ ਆਏ ਤੇ ਉਦੋਂ BJ ਰੇਡਰ ਲੱਗੇ ਤੇ ਮੈਨੂੰ ਮੇਰਾ ਆਪਣਾ ਹੀ ਛੋਟਾ ਵੀਰ ਆ ਬਹੁਤ ਵਧੀਆ ਰੇਡਰ ਆ, ਹੁਣ ਇਸ ਟਾਈਮ MLA ਵੀ ਆ। ਉਹ ਉਦੋਂ ਸਾਡਾ ਇੱਕ ਰੇਡਰ ਹੁੰਦਾ ਸੀ ਤੇ ਉਹਨੇ ਮੈਨੂੰ ਕਿਹਾ ਕਿ ਸਮਝ ਲਓ ਧੱਕੇ ਨਾਲ ਹੀ ਮੇਰੇ ਨਾਲ ਫੋਰਸ ਕਰਕੇ ਮੈਨੂੰ ਖਿਲਾ ਲਿਆ ਤੇ ਉਦੋਂ ਸੋਮਾ ਵੀ ਉੱਥੇ ਗਿਆ ਸੀ ਖੇਡਣ। ਉਦੋਂ ਦਾ ਮੈਂ ਇਹਦੇ ਨਾਲ ਉਸ ਸਾਲ ਅਸੀਂ ਮੈਚ ਲਾਏ ਇਕੱਠਿਆਂ ਨੇ ਦੋਨਾਂ ਨੇ ਤੇ ਮੈਨੂੰ ਜਿੱਦਣ ਇਹਦਾ ਵੀਡੀਓ ਕਿਸੇ ਪ੍ਰੈਸ ਰਿਪੋਰਟਰ ਨੇ ਭਰਾ ਨੇ ਇਹਦੀ ਵੀਡੀਓ ਇੰਟਰਵਿਊ ਕੀਤੀ ਜਿਹਦੇ ਵਿੱਚ ਮੈਂ ਦੇਖਿਆ ਕਿ ਇਹਦੇ ਘਰ ਦੀ ਬੜੀ ਮਾਲੀ ਹਾਲਤ ਖਰਾਬ ਹੋ ਚੁੱਕੀ ਸੀ, ਉੱਤੇ ਛੱਤਾਂ ਤੇ ਬੁਰਾ ਘਾਹ ਉੱਗਿਆ, ਘਰ ਬਹੁਤ ਮਾੜਾ ਹਾਲ ਬਾਲੇ ਪਏ ਨੇ ਤੇ ਇਹਦੀ ਬੇਟੀ ਨੇ ਵੀ ਬੋਲਿਆ ਵਿੱਚ, ਜਿਹੜਾ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਕਬੱਡੀ ਪਲੇਅਰ ਜਿਹੜਾ ਬਹੁਤ ਵਧੀਆ ਕਬੱਡੀ ਪਲੇਅਰ ਸੀ, ਢੇਰੀ ਦੇ ਮੈਚ ਵੀ ਖੇਡਦਾ ਸੀ ਔਰ ਪੰਜਾਬ ਦੇ ਜਿਹੜੇ ਪੰਜਾਬ ਸਟਾਈਲ ਕਬੱਡੀ ਬਹੁਤ ਵਧੀਆ ਸਟਾਪਰ ਸੀ। ਮੈਨੂੰ ਉਸੇ ਵੇਲੇ ਹੀ ਮੈਂ ਉਹ ਆਪਣੇ ਮੀਡੀਆ ਵਾਲੇ ਦੇ ਵੀਰ ਨਾਲ ਕੰਟੈਕਟ ਕੀਤਾ ਤੇ ਉਹਨੇ ਇਹਦੇ ਨਾਲ ਕੰਟੈਕਟ ਕੀਤਾ ਤੇ ਮੈਨੂੰ ਇਹਦੀ ਕਾਲ ਆ ਗਈ ਤੇ ਫਿਰ ਮੈਂ ਇਹਨੂੰ ਘਰ ਸੱਦ ਕੇ ਇਹਦੀ ਜੋ ਵੀ ਹੈਲਪ ਹੋ ਸਕਦੀ ਸੀ ਮੈਂ ਕੀਤੀ ਔਰ ਮੈਂ ਇਹਦੀ ਕਰੂੰਗਾ ਵੀ ਹਮੇਸ਼ਾ ਹੀ। ਇਹਦੀ ਜਿੰਨੇ ਚਿਰ ਇਹਨੂੰ ਮੈਂ ਕਿਸੇ ਬਿਜ਼ਨਸ ਜਾਂ ਕਿਸੇ ਕਾਰੋਬਾਰ 'ਚ ਜਾਂ ਇਹਨੂੰ ਬਾਹਰ ਨਹੀਂ ਘੱਲ ਦਿੰਦਾ ਉਹਨੇ ਚੱਕਰ ਇਹਦੀ ਮੈਂ ਹੈਲਪ ਕਰਦਾ ਰਹੂੰਗਾ ਔਰ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਇਹਨੂੰ ਮੈਂ ਕਿਹਾ ਵੀ ਆ ਕਿ ਮੈਂ ਇਹਦੇ ਬੱਚੇ ਪ੍ਰਾਈਵੇਟ ਸਕੂਲ ਪੜ੍ਹਾਊਂਗਾ। ਇਹਦੀ ਮੈਂ ਵੇਟ ਕਰ ਰਿਹਾ ਸੀਗਾ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ, ਪਰ ਇਸ ਦੇ ਬਾਵਜੂਦ ਵੀ ਕੁਝ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਜਿਸ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 6 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਗਈ, ਜਿਸ ਨੂੰ ਰੱਦ ਕਰਵਾਉਣ ਦੇ ਲਈ DC ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਪਹੁੰਚੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਵੱਲੋਂ DC ਗੁਰਦਾਸਪੁਰ ਵਿੱਚ ਬਹਿਸ ਹੋ ਗਈ, ਜਿਸ ਤੋਂ ਬਾਅਦ ਕਿਸਾਨਾਂ ਨੇ DC ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਬਾਬਾ ਕਵਲਜੀਤ ਸਿੰਘ ਜੀ ਪੰਡੋਰੀ ਸਾਹਿਬ, ਬਲਬੀਰ ਸਿੰਘ ਜੀ ਰੰਧਾਵਾ ਸਾਹਿਬ, ਕਵਲਜੀਤ ਸਿੰਘ ਖੁਸ਼ਹਾਲਪੁਰ, ਸ਼ਮਸ਼ੇਰ ਸਿੰਘ ਅਠਵਾਲ, ਸਾਰੇ ਆਗੂ ਅਸੀਂ ਪਹੁੰਚੇ ਸੀਗੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ। ਪੰਜਾਬ ਸਰਕਾਰ 2500 ਰੁਪਇਆ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਇਨਸੈਂਟਿਵ ਦੇਣ ਦੀ ਗੱਲ ਤੋਂ ਮੁੱਕ ਰਹੀ ਹੈ। ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 6 ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਨੇ ਜਮ੍ਹਾਂਬੰਦੀਆਂ ਦੇ ਵਿੱਚ ਰੈੱਡ ਐਂਟਰੀਆਂ ਕੀਤੀਆਂ ਮਾਲ ਵਿਭਾਗ ਨੇ, ਉਹਦੇ ਰੋਸ ਵਜੋਂ ਅਸੀਂ ਡਿਪਟੀ ਕਮਿਸ਼ਨਰ ਕੋਲ ਆਏ ਸੀਗੇ ਕਿ ਉਹ ਰੈੱਡ ਐਂਟਰੀਆਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾਣ, ਕਿਉਂਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕ ਰਹੀ ਹੈ। ਤੇ ਡਿਪਟੀ ਕਮਿਸ਼ਨਰ ਦੇ ਤੇਵਰ ਜਿਹੜੇ ਆ ਉਹ ਮਤਲਬ ਬਹੁਤ ਮਾੜੇ ਸਨ ਕਹਿ ਲਓ। ਉਹਨਾਂ ਨੇ ਕਹਿ ਸਕਦੇ ਹਾਂ ਕਿ ਢੰਗ ਨਾਲ ਸਾਡੀ ਗੱਲ ਨਹੀਂ ਸੁਣੀ। ਸੋ ਗਲੀਬਾਤੀ ਸਾਡੀ ਜਿਹੜੀ ਆਪਸ ਦੇ ਵਿੱਚ ਤਲਖ ਕਲਮੀ ਹੋਈ ਹੈ, ਅਸੀਂ ਉਹਨਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜਿਹੜੇ ਇਹ ਇੰਦਰਾਜ ਕੀਤੇ ਹੋਏ ਨੇ ਇਹ ਰੱਦ ਕੀਤੇ ਜਾਣ, ਨਹੀਂ ਤੇ ਅਸੀਂ ਪ੍ਰੋਟੈਸਟ ਜਿਹੜਾ ਉਹ ਸ਼ੁਰੂ ਕਰਾਂਗੇ ਔਰ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਹੈ ਇਹਦੀ ਸ਼ੁਰੂਆਤ
ਗੁਰਦਾਸਪੁਰ ਦੇ ਵਿੱਚੋਂ ਹੀ ਹੋਵੇਗੀ, ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਮੁੱਕਰੀ ਆਪਣੇ ਵਾਅਦੇ ਤੋਂ ਸਰਕਾਰ ਹੈ। ਵੀਰ ਜੀ ਮੇਰਾ ਨਾਮ ਰਵਿੰਦਰ ਸਿੰਘ ਆ, ਪਿੰਡ ਮੇਰਾ ਚੱਠਾ ਵਾ, ਪੈਲੀ ਮੇਰੀ ਅਗਰਪੁਰੇ ਜੀ ਆ ਤੇ 5 ਕਨਾਲਾਂ ਮੇਰੇ ਕੋਲ ਪੈਲੀ ਆ। ਤੇ ਵੀਰ ਜੀ ਮੇਰੇ ਤੇ ਪਟਵਾਰੀ ਗਰਦੌਲ ਕਰਨ ਅਫਸਰ ਗਏ ਸੀ, ਪਹਿਲਾਂ ਫਤਿਹਗੜ੍ਹੋਂ ਆਏ, ਫਿਰ ਇੱਧਰੋਂ ਗਏ ਤੇ ਉਹ ਕਹਿੰਦੇ ਵੀ ਤੇਰੀ ਪੈਲੀ ਤੇ ਡੈਡ ਐਂਟਰੀ ਹੋ ਗਈ। ਹਾਂਜੀ, ਤੁਸੀਂ ਉਹਨਾਂ ਕੋਲ ਅਪੀਲ ਵਗੈਰਾ ਕੀਤੀ? ਮੈਂ ਆਖਿਆ, ਮੈਂ ਕਿਹਾ ਵੀ ਇਹ ਗਰੀਬ ਬੰਦੇ ਆ, ਕਹਿੰਦੇ ਨੇ ਨਾ ਮੇਰੇ ਕੋਲ ਟਰੈਕਟਰ ਆ, ਨਾ ਮੇਰੇ ਕੋਲ ਲੈਣਾ ਦੇਣਾ, ਮੈਂ ਆਪਾਂ ਕਾਹਦੇ ਨਾਲ ਵਾਈਏ। ਤੇ ਸਾਰੇ ਨਾ ਉਹਨਾਂ ਕੋਈ ਨਹੀਂ ਸੁਣਿਆ। DC ਸਾਹਿਬ ਦੇ ਆਰਡਰ ਆ ਤੇ ਦਰਸ਼ਕ ਜੋ ਵੀ ਕਾਨੂੰਨੀ ਕਾਰਵਾਈ, ਤੇ ਮੈਂ ਇਹਨਾਂ ਕਿਸਾਨ ਜਥੇਬੰਦੀਆਂ ਕੋਲ ਪਹੁੰਚਾਂ, ਅਪੀਲ ਲੈ ਕੇ ਆਪਣੀਆਂ ਕੋ ਮੇਰਾ ਮਸਲਾ ਹੱਲ ਕਰੋ। ਹਾਂਜੀ, ਕਾਹਦੇ ਨਾਲ ਪਰਾਲੀ ਸਰ ਕਾਹਦੇ ਨਾਲ ਖਪਾਈਏ ਦੱਸੋ, ਕਿੱਥੇ ਖੜੀਏ? ਨਾ ਕੋਈ ਟਰੈਕਟਰ ਨਾਲ ਲੈਣਾ ਦੇਣਾ, ਸੰਦ ਦੇ ਸਰਕਾਰ ਤੇ ਪੈਸੇ ਦੇ ਸਰਕਾਰ, ਸਰ ਕੁਛ ਵੀ ਦਿੰਦੀ ਸਰਕਾਰ, ਕਿਤੇ ਆਪਾਂ ਕੀ ਕਰੀਏ? ਦੇਖੋ ਗੱਲ ਤਾਂ ਇਹੀ ਹੈ ਨਾ, ਇਹ ਸਰਕਾਰ ਦੇ ਹੱਥ ਨੇ ਤੇ ਸਰਕਾਰ ਦੀ ਜਿਹੜੀ ਜ਼ੁਬਾਨ ਹੈ ਉਹ ਉੱਥੇ ਪ੍ਰਸ਼ਾਸਨ ਬੈਠਾ ਸੀ, ਮੁੱਖ ਮੰਤਰੀ ਬੈਠਾ ਸੀ। ਮੁੱਖ ਮੰਤਰੀ ਮੰਨੇ ਆ ਕਿ ਆਪਾਂ ਕਿਸੇ ਕਿਸਾਨ ਦੇ ਉੱਤੇ ਪਰਚਾ ਨਹੀਂ ਕਰਾਂਗੇ, ਸਾਡੀ ਮੰਗ ਦੇ ਉੱਤੇ ਕਿਸੇ ਦੇ ਖਾਤਿਆਂ 'ਚ ਰੈਡ ਐਂਟਰੀਆਂ ਨਹੀਂ ਕੀਤੀਆਂ ਜਾਣਗੀਆਂ। ਤੇ ਸੋ ਇਹ ਮਤਲਬ ਬਿਲਕੁਲ ਗੱਲ ਗਲਤ ਆ। ਨੋਟੀਫਿਕੇਸ਼ਨ ਕਰਨਾ ਤਾਂ ਸਰਕਾਰ ਨੇ ਕਰਨਾ, ਅਸੀਂ ਥੋੜੀ ਨੋਟੀਫਿਕੇਸ਼ਨ ਕਰਵਾਉਣਾ ਵਾ, ਅਸੀਂ ਤਾਂ ਗੱਲ ਮਨਵਾਈ ਆ ਉੱਥੇ। ਤੇ ਸੋ ਇਹ ਮਤਲਬ ਸਰਕਾਰ ਦਾ ਜਿਹੜਾ ਮੈਂ ਕਹਿ ਸਕਦਾ ਕਿ ਦੋਗਲਾ ਚਿਹਰਾ, ਦੋਗਲੀ ਇਹਨਾਂ ਦੀ ਨੀਤੀ ਹੈ। ਇਹ ਮਾਮਲਾ ਤੇ ਅਜੇ ਤੱਕ ਜਿਹੜਾ ਹੈਗਾ ਪਿਛਲੀਆਂ ਸਰਕਾਰਾਂ ਨੇ ਵੀ ਕਦੇ ਜਿਹੜੇ ਰੈਡ ਐਂਟਰੀ ਨਹੀਂ ਸੀ ਕੀਤੀ। ਇਹ ਜਿਹੜੇ ਵੱਡੇ ਮਤਲਬ ਲੋਕਾਂ ਨੇ ਬੜੇ ਬਦਲਾਅ ਦੀ ਗੱਲ ਕੀਤੀ ਹੈ ਤੇ ਇਹਨਾਂ ਨੇ ਆਉਂਦਿਆਂ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਰੈਡ ਐਂਟਰੀ ਕੀਤੀਆਂ, ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਤਿਉਹਾਰਾਂ ਦੇ ਸੀਜ਼ਨ ਨੇੜੇ ਹਨ ਅਤੇ ਚੋਰ ਵੀ ਸਰਗਰਮ ਹੋ ਚੁੱਕੇ ਹਨ। ਮਾਮਲਾ ਕਪੂਰਥਲਾ ਦੇ ਮੁੱਖ ਬਾਜ਼ਾਰ ਦਾ ਹੈ, ਜਿੱਥੇ ਪ੍ਰਸਿੱਧ ਬੇਕਰੀ ਦੀ ਦੁਕਾਨ ਵਿੱਚ ਦੇਰ ਰਾਤ ਚੋਰਾਂ ਨੇ ਢਾਬਾ ਬੋਲ ਦਿੱਤਾ ਤੇ ਕਰੀਬ 1 ਲੱਖ ਰੁਪਏ ਤੋਂ ਜ਼ਿਆਦਾ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਤੁਹਾਡੇ ਸਾਹਮਣੇ ਅਸੀਂ ਤਾਂ ਇਹੀ ਕਹਾਂਗੇ ਵੀ ਬੰਦੇ ਫੜ ਕੇ ਜਲਦੀ ਤੋਂ ਜਲਦੀ ਸਾਨੂੰ ਉਹਦਾ ਕਿੰਨਾ ਕੁ ਨੁਕਸਾਨ ਹੋਇਆ? ਤਕਰੀਬਨ ਕੈਸ਼ ਹੀ ਸੀਗਾ ਜੀ। ਉਹ ਬੰਦੇ ਆਏ ਜਿੱਦਾਂ ਕੈਮਰੇ ਦੇ ਵਿੱਚ ਆ ਰਿਹਾ ਵਾ, ਅਸੀਂ ਹੁਣ ਅੰਦਰ ਆਏ ਆ। ਮੈਨੂੰ ਲੱਗਦਾ ਨਹੀਂ ਕਿ ਬਾਕੀ ਕੋਈ ਸਮਾਨ ਨੂੰ ਅਸੀਂ ਹੱਥ ਲਗਾਇਆ। ਉਹਨਾਂ ਨੇ ਕੈਸ਼ ਹੀ ਜਿੰਨਾ ਸੀਗਾ, ਕੈਸ਼ ਤੇ ਹਾਂਜੀ ਕੈਸ਼ ਦਾ ਟਾਰਗੇਟ। ਰੂਟੀਨ 'ਚ ਰੋਜ਼ ਹੀ ਇਹਨਾਂ ਕੋ ਸਵੇਰੇ ਸਮਾਨ ਲੈਣ ਆਉਣਾ ਵਾ, ਤੇ ਜਦੋਂ ਹੁਣ ਆਇਆ ਤਾਂ ਪਤਾ ਲੱਗਾ ਕਿ ਇਹਨਾਂ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਪਏ ਆ। ਖਾਲਸਾ ਬੇਕਰੀ ਜਿਹੜੀ ਮੇਨ ਸ਼ਹਿਰ ਦੀ ਇੱਕ ਬਹੁਤ ਵੱਡੀ ਬੇਕਰੀ ਹੈ ਔਰ ਬਿਲਕੁਲ ਮੇਨ ਚੌਂਕ ਦੇ ਵਿੱਚ ਆ ਔਰ ਰੋਡ ਦੇ ਵਿੱਚ ਆ। ਹਰ ਵੇਲੇ ਰੋਡ ਚੱਲਦਾ ਆ, ਲੋਕਾਂ ਦਾ ਆਉਣਾ ਜਾਣਾ ਤਕਰੀਬਨ ਲੱਗਾ ਰਹਿੰਦਾ ਆ। ਮਾਲ ਰੋਡ ਦੇ ਉੱਤੇ ਖਾਲਸਾ ਬੇਕਰੀ ਜਿਹੜੀ ਹੈ, ਇਹਦੇ ਵਿੱਚ ਜਿਹੜੀ ਚੋਰੀ ਹੋਈ ਹੈ ਸ਼ਟਰ ਭੰਨ ਕੇ ਔਰ ਕੈਸ਼ ਜਿਹੜਾ ਸੀ ਇਹਨਾਂ ਦਾ ਸਾਰਾ ਹੀ ਉਹ ਕੱਢ ਕੇ ਲੈ ਗਏ ਆ। ਤੇ ਦੇਖੋ ਸ਼ਹਿਰ ਦੇ ਵਿੱਚ ਇੰਨੀ ਭਰਮਾਰ ਬਣ ਗਈ ਆ ਵੀ ਆ ਚੋਰੀਆਂ, ਨਿੱਤ ਚੋਰੀਆਂ, ਕਦੀ ਘਰਾਂ 'ਚ ਚੋਰੀਆਂ, ਕਦੀ ਦੁਕਾਨਾਂ 'ਤੇ ਚੋਰੀਆਂ, ਕਦੀ ਕਿਸੇ ਦਾ ਸ਼ਟਰ ਭੰਨ ਲਿਆ, ਕਦੀ ਕਿਸੇ ਦਾ ਮੋਟਰਸਾਈਕਲ ਚੱਕ ਲਿਆ, ਕਦੀ ਕਿਸੇ ਦੀ ਗੱਡੀ ਚੱਕ ਲਈ, ਕਦੀ ਗੱਡੀ ਦੇ ਵਿੱਚੋਂ ਲੈਪਟਾਪ ਚੱਕ ਲਿਆ, ਕਦੀ ਆ ਦੁਕਾਨਾਂ ਭੰਨ ਕੇ ਇਹਦੇ ਵਿੱਚ ਚੋਰੀ ਕਰ ਲਈ। ਸ਼ਹਿਰ ਦੇ ਵਿੱਚ ਚੋਰਾਂ ਦੀ ਇੰਨੀ ਕੁ ਜ਼ਿਆਦਾ ਭਰਮਾਰ ਹੋ ਚੁੱਕੀ ਹੈ, ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਨਾ ਪੁਲਿਸ ਕੁਝ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਪੂਰੇ ਨਾਕਾਬੰਦੀ ਕਰਕੇ ਸਾਰੇ CCTV ਕੈਮਰੇ ਚੈੱਕ ਕਰਕੇ ਇਹਨਾਂ ਨੂੰ ਬਿਲਕੁਲ ਨਰੈਕੀ ਜੀ। ਵੇਖੋ ਜੀ, ਸਾਨੂੰ ਇਨਫੋਰਮੇਸ਼ਨ ਮਿਲੀ ਸਵੇਰ 7:15 ਵਜੇ ਦੇ ਕਰੀਬ ਵੀ ਚੋਰੀ ਹੋਈ ਆ, ਤੇ ਮੈਂ ਮੌਕੇ ਤੇ ਪਹੁੰਚਿਆ ਵਾਂ। ਮੌਕੇ ਤੇ ਵੇਖ ਕੇ ਆਣ ਕੇ ਇਹਨਾਂ ਦੀਆਂ ਵੀਡੀਓ ਕਢਾ ਰਹੇ ਆ। ਵੀਡੀਓ ਤੋਂ ਵੇਖ ਰਹੇ ਆ ਵੀ ਇਹ ਕਿੱਦਾਂ ਚੋਰੀ ਹੋਈ ਆ, ਕਿਹੜੇ ਬੰਦਿਆਂ ਨੇ ਕੀਤੀ ਆ। ਉਹ ਅਸੀਂ ਟਰੇਸ ਕਰਕੇ ਮੁਕੱਦਮਾ ਦਰਜ ਕਰਕੇ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਜਿਹੜਾ ਅਰੈਸਟ ਕਰਾਂਗੇ ਤੇ ਜਿਹੜੀ ਵੀ ਕਾਰਵਾਈ ਬਣਦੀ ਆ ਉਹੀ ਕਾਰਵਾਈ ਕਰਾਂਗੇ। FCA ਤੇ CMD ਅਸ਼ੋਕ ਕੇ ਮੀਨਾ ਨੇ ਪੰਜਾਬ ਦੀਆਂ ਮੰਡੀਆਂ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਮੰਡੀਆਂ ਦਾ ਦੌਰਾ ਕੀਤਾ। ਗੱਲ ਕਰਦੇ ਆ ਖੰਨਾ ਦੀ ਅਨਾਜ ਮੰਡੀ ਦੀ, ਜਿੱਥੇ ਉਹਨਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਦੇ ਵੀ ਬਰਦਾਸ਼ਤ नहीं किया जाएगा। पंजाब की मंडियों को विज़िट करने का पर्पज़ ये है कि किसान कैसे अपना धान मंडी में ला रहे हैं और उनकी क्या व्यवस्था हो रही है। उनको MSP जो भारत सरकार की का डिक्लेयर्ड है वो किस तरह से मिल रहा है, वो सिस्टम देखने आए हैं। वो सिस्टम देखने के बाद अगर उसमें कुछ कमी होगी या उसमें कुछ रिक्वेस्ट होगी किसानों की और स्टेट गवर्नमेंट की, तो उसके ऊपर भी विचार किया जाएगा। सर, मॉइस्चर की बहुत ज़्यादा प्रॉब्लम आ रही है। आपके इस दौरे से क्या पंजाब के किसान और आड़ती क्या उम्मीद रख सकते हैं? देखिए, मॉइस्चर वो नेचुरल फिनोमेना है और उसको स्टडी करके जितना वाजिब है उसके ऊपर पहले कुछ नियम बने हुए हैं
उस नियम में अगर कुछ चेंज करने की ज़रूरत होगी तो वो भी एक साइंटिफिक स्टडी के बाद ही डिसीजन लिया जाएगा। उसको स्टडी किया जाएगा कि कितने परसेंटेज मॉइस्चर आ रही है और उस मॉइस्चर को किस तरह से हैंडल किया जाएगा, तो उसके लिए साइंटिफिक स्टडी होगी तभी। सिस्टम में क्या क्या देख रहे हैं सर बेसिकली? मैं अभी ये जानने की कोशिश कर रहा हूँ कि जो इलेक्ट्रॉनिक सिस्टम है, आईटी सिस्टम जो लगाया हुआ है, उससे लोगों का रजिस्ट्रेशन वगैरह किस तरह से होता है, उनको पेमेंट जो हो रही है ऑनलाइन पेमेंट हो पा रही है या नहीं हो पा रही है। हमारा उद्देश्य ये है कि किसानों को जितना एमएसपी भारत सरकार डिक्लेयर करती है वो जल्दी से जल्दी मिल जाए। उसके बाद में जो मिलर्स हैं उनसे हमको जो राइस आता है वो राइस लेके हम जहाँ जिस स्टेट में ज़रूरत है वहाँ हम पहुँचा पाएँ। ਮੋਗਾ ਪੁਲਿਸ ਦੀ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਨੇ ਲਾਰੈਂਸ ਨੂੰ ਬਾਗਾ ਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ 2 ਅਪ੍ਰੈਲ ਨੂੰ ਬਾਗਾ ਪੁਰਾਣਾ ਦੇ ਮਾੜੀ ਮੁਸਤਫਾ ਵਿੱਚ ਗੈਂਗਸਟਰ ਹਰਜੀਤ ਪੈਂਟਾ ਦੇ ਕਤਲ ਹੋਇਆ ਸੀ ਅਤੇ ਜਾਣਕਾਰੀ ਮੁਤਾਬਕ ਇਸ ਕਤਲ ਵਿੱਚ ਮਨਪ੍ਰੀਤ ਕੂਸਾ ਅਤੇ ਜਗਰੂਪ ਰੂਪਾ ਸ਼ਾਮਲ ਸੀ। ਬਹਰਹਾਲ 10 ਦਿਨ ਦੇ ਰਿਮਾਂਡ ਤੇ ਭੇਜ ਦਿੱਤੇ ਗਿਆ। ਐਸਪੀ ਸਾਹਿਬ ਬਿਸ਼ਨੋਈ ਨੂੰ ਲੈ ਕੇ ਆਂਦਾ ਸਰ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਹੜੇ ਕੇਸ ਵਿੱਚ? ਇਹ ਪੀਐਸ ਬਾਘਾ ਪੁਰਾਣਾ ਦਾ 53/22 ਕੇਸ ਹੈ ਜੀ 302 ਦਾ। ਅੱਜ ਇਹਨੂੰ ਲੁਧਿਆਣਾ ਤੋਂ ਲਿਆ ਕੇ ਬਾਘਾ ਪੁਰਾਣਾ ਪੇਸ਼ ਕੀਤਾ ਗਿਆ। 21 ਤਰੀਕ ਦਾ ਇਹਦਾ ਪੁਲਿਸ ਰਿਮਾਂਡ ਮਿਲਿਆ। ਇਹ ਹਰਜੀਤ ਪੈਂਟੇ ਵਾਲਾ ਕੇਸ ਸੀਗਾ ਜੀ? ਹਾਂਜੀ। ਉਹਦੇ 'ਚ ਕਿਹੜੇ ਬੰਦੇ ਇਨਵੋਲਵ ਸੀਗੇ ਜੀ? ਉਹ 'ਚ ਪਹਿਲਾਂ ਕਾਫੀ ਅਰੈਸਟ ਹੋ ਚੁੱਕੇ ਨੇ ਬੰਦੇ। ਇਹ ਨਵੀਂ ਇੱਕ ਇਹਨਾਂ ਦੀ ਸ਼ਮੂਲੀਅਤ ਆਈ ਸੀ, ਇਹਦੇ ਕਹਿਣ ਤੇ ਹੋਇਆ ਆ। ਇਨਵੈਸਟੀਗੇਸ਼ਨ ਦੇ ਦੌਰਾਨ ਦੇਖਦੇ ਹਾਂ ਬਾਕੀ ਹੋਰ ਕਿਹਦਾ ਨਾਂ ਅੱਗੇ ਆਉਂਦਾ ਜੀ। ਕਿਹੜੇ ਜਣੇ ਪੇਸ਼ ਕੀਤੇ ਜੀ? ਅੱਜ ਤੱਕ ਲਾਰੈਂਸ ਬਿਸ਼ਨੋਈ ਨੂੰ ਕੀਤਾ। ਜਲਾਲਾਬਾਦ ਥਾਣਾ ਸਿਟੀ ਦੇ ਬਾਹਰ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਅੱਗ ਲੱਗ ਗਈ। ਕਾਰ ਮਿੰਟਾਂ ਸਕਿੰਟਾਂ ਵਿੱਚ ਖੜ ਕੇ ਸਵਾਹ ਹੋ ਗਏ। ਇਸ ਅਗਨੀਕਾਂਡ ਵਿੱਚ ਪੁਲਿਸ ਮੁਲਾਜ਼ਮ ਵੀ ਅੱਗ ਦੀ ਚਪੇਟ ਵਿੱਚ ਆ ਗਿਆ ਸੀ, ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਭ ਵਾਪਰਿਆ ਇੱਥੇ ਵੀਰੇ ਮੈਂ ਉੱਥੇ ਪਿਆ ਸੀ ਸਾਹਮਣੇ ਤੇ ਉਵੇਂ ਅੱਗ ਲੱਗੀ ਹੈ। ਜਿਹੜੀ ਤਾਰ ਹੈ ਕਲੱਚ ਦੀ ਤਾਰ ਹੈ, ਇਹਦੇ ਨਾਲ ਤਾਰ ਸਪਾਰਕ ਕੀਤੀ ਹੈ ਤੇ ਉਵੇਂ ਅਸੀਂ ਇੱਥੋਂ ਭੱਜੇ ਹਾਂ। ਇੱਕ ਰੇਹੜੀ ਵਾਲਾ ਨੰਗਿਆ ਵਿਚਾਰਾ ਆਵਲੇ ਲਾਈ ਖੜਾਈ ਉੱਥੇ ਖੜਾ ਹੈ ਤੇ ਉਹ ਵਿਚਾਰਾ ਪਰਾਂ ਨੂੰ ਗਿਆ, ਚਲਾ ਮੈਂ ਹੀ ਥਾਣੇ ਨੂੰ ਭੱਜ ਗਿਆ ਤੇ ਅੰਦਰੋਂ ਬੁਲਾ ਕੇ ਲਿਆਂਦਾ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਤੇ ਉਹ ਫਿਰ ਆਪਦੀ ਗੱਡੀ ਕੱਢੀ, ਉਹਨਾਂ ਨੇ ਫਾਇਰ ਬ੍ਰਿਗੇਡ ਲੈ ਕੇ ਆਂਦੀ ਹੈ ਤੇ ਫਿਰ ਅੱਗ ਬੁਝਾਈ ਹੈ। ਅੱਗ ਬੜੀ ਉੱਚੀ ਤੱਕ ਜਿਵੇਂ ਲੋਹੜੀ ਮੱਚਦੀ ਐਵੇਂ ਹੋ ਗਿਆ ਜੀ, ਭਾਮੜ ਪੈ ਗਿਆ। ਕਾਰ ਕਿੰਦੀ ਪਤਾ ਕੁਝ? ਹਾਂਜੀ ਕਿੰਦੀ ਸੀ ਇਹ ਥਾਣੇਦਾਰ ਸਾਹਿਬ ਹੈਗੇ ਅੰਦਰ। ਅੱਛਾ ਥਾਣੇਦਾਰ ਸਾਹਿਬ ਨੇ? ਹਾਂ ਥਾਣੇ ਸਿੱਧੀ ਵਿੱਚ? ਹਾਂ। ਨਾਂ ਪਤਾ ਜੀ? ਨਾਂ ਦਾ ਨਹੀਂ ਪਤਾ ਜੀ। ਫਿਰ ਫਾਇਰ ਬ੍ਰਿਗੇਡ ਨੇ ਬੁਝਾਈ ਆ ਕੇ? ਹਾਂਜੀ ਹਾਂਜੀ। ਆੜੀ ਸਾੜਨ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਵਾਰ ਫਿਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਕਾਰਵਾਈ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਪਾਸਪੋਰਟ ਤੱਕ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਪਰਾਲੀ ਸਾੜਦੀ ਹੋਈ ਨਜ਼ਰ ਆ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਾਡੀ ਬੇਬਸੀ ਹੈ, ਇਸੇ ਕਰਕੇ ਅਸੀਂ ਪਰਾਲੀ ਸਾੜ ਰਹੇ ਹਾਂ। ਪਰਾਲੀ ਨਹੀਂ ਸਾੜਨੀ ਚਾਹੀਦੀ, ਫਿਰ ਵੀ ਤੁਸੀਂ ਪਰਾਲੀ ਸਾੜ ਰਹੇ ਹੋ, ਕੀ ਕਰ? देखो जी हम लोग ऐसी पट्ठे बीजने सी बरसीन और पशु ਜਿਹੜੇ ਘਰ ਰੱਖੇ ਆ ਉਹਨਾਂ ਨੂੰ ਪੱਠੇ ਕਿੱਥੋਂ ਪਾਵਾਂਗੇ ਜੇ ਖੱਤਾ ਤਿਆਰ ਨਹੀਂ ਹੋਊਗਾ। ਉਹਦੇ ਵਿੱਚ ਬਰਸੀਨ ਤਾਂ ਬੀਜਿਆ ਜਾਣਾ ਜੇਕਰ ਇਹਨੂੰ ਖਤਮ ਕਰਾਂਗੇ ਤਾਂ। ਇਹਨੂੰ ਖਤਮ ਕਰਕੇ ਅਸੀਂ ਖੇਤ ਵਾਹ ਕੇ ਅਸੀਂ ਆਪਣੇ ਪੱਠਿਆਂ ਲਈ ਖੇਤ ਤਿਆਰ ਕਰ ਰਹੇ ਹਾਂ ਔਰ ਪਸ਼ੂਆਂ ਲਈ ਪੱਠੇ ਬੀਜਣੇ ਆ। ਔਰ ਜੇਕਰ ਨਹੀਂ ਬੀਜਾਂਗੇ ਤਾਂ ਅਸੀਂ ਪਸ਼ੂਆਂ ਨੂੰ ਦੱਸੋ ਚਾਰਾ ਕਿੱਥੋਂ ਪਾਵਾਂਗੇ। ਅਸੀਂ ਚੌਂਕਰਾਂ ਦੇ ਵਿੱਚ ਸਕੀਮਾਂ ਲੈ ਵੀ ਕਿੰਨੀਆਂ ਕੁ ਲੈਣੀਆਂ, ਸਕੀਮਾਂ ਸਾਨੂੰ ਨਾ ਦੇਣ। ਸਾਨੂੰ ਸਕੀਮਾਂ ਦੀ ਲੋੜ ਨਹੀਂ, ਸਾਨੂੰ ਆਪਣੇ ਕੰਮਾਂ ਦੀ ਲੋੜ ਹੈ। ਜਾਂ ਸਾਨੂੰ ਰੋਜੀ ਰੋਟੀ ਉਹ ਜਿੱਥੋਂ ਮਰਜ਼ੀ ਦੇ ਸਕਦੇ, ਜੇ ਕੋਈ ਪਸ਼ੂਆਂ ਨੂੰ ਪੱਠਾ ਪਾ ਸਕਦੇ ਪੱਠਾ ਦੇ ਸਕਦੇ ਪੱਠਾ ਦੇ ਦੇਣ। ਅਸੀਂ ਕਦੇ ਵੀ ਨਹੀਂ ਇਹ ਕਰਾਂਗੇ ਕੰਮ। ਸਾਡੀ ਖਰਚਾ ਜਿਹੜਾ ਹੈ ਇੱਕ ਖੇਤ ਦੇ ਉੱਪਰ ਆ ਜਾਂਦਾ 6000 ਰੁਪਈਆ ਇੱਕ ਖੇਤ ਤੇ ਖਰਚਾ ਆ ਜਾਂਦਾ ਜੀ। ਔਰ 6000 ਰੁਪਈਆ ਖੇਤ ਦਾ ਸਰਕਾਰ, ਸੈਂਟਰ ਸਰਕਾਰ, ਸੂਬਾ ਸਰਕਾਰ ਰਲ ਕੇ ਦੇਣ ਤੇ ਅਸੀਂ ਪਰਾਲੀ ਨਹੀਂ ਸਾੜਾਂਗੇ। ਪਰ ਸਾਡੀ ਇਹ ਮਜਬੂਰੀ ਆ, ਬੜੇ ਜ਼ਿਮੀਂਦਾਰ ਜਿਹੜੇ ਉਹ ਨਹੀਂ ਪਰਾਲੀ ਸਾੜਦੇ, ਉਹਨਾਂ ਕੋਲ ਇੰਪਲੀਮੈਂਟ ਹੈਗੇ ਆ, ਜਿਨ੍ਹਾਂ ਨੂੰ ਮਿਲ ਗਏ ਆ, ਜਿਨ੍ਹਾਂ ਕੋਲ ਨਹੀਂ ਹੈਗੇ ਔਰ ਅਸੀਂ ਪ੍ਰੋਵਾਈਡ ਵੀ ਨਹੀਂ ਕਰ ਸਕਦੇ, ਲੈ ਵੀ ਨਹੀਂ ਸਕਦੇ ਕਿਉਂਕਿ ਸਾਡੀ ਹਿੰਮਤ ਹੀ ਨਹੀਂ ਹੈਗੀ। ਕਿਉਂਕਿ 75 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ, ਬਾਕੀ ਇੰਪਲੀਮੈਂਟਾਂ ਲਈ ਘੱਟੋ ਘੱਟ 20-25 ਲੱਖ ਰੁਪਈਆ ਇੱਕ ਜ਼ਿਮੀਂਦਾਰ ਨੂੰ ਚਾਹੀਦਾ ਔਰ ਫੇਰ ਜਾ ਕੇ ਪਰਾਲੀ ਨੂੰ ਉਹ ਖੇਤਾਂ ਦੇ ਵਿੱਚ ਨਸ਼ਟ ਕਰ ਸਕਦਾ। ਔਰ ਅਸੀਂ ਤਾਂ ਛੋਟੇ ਜ਼ਿਮੀਂਦਾਰ ਆ, ਮੇਰੇ ਕੋਲ 30-35 ਹਾਰਸ ਪਾਵਰ ਦਾ ਟਰੈਕਟਰ ਆ ਔਰ ਮੈਂ ਤਾਂ ਕਿਸੇ ਤਰ੍ਹਾਂ ਵੀ ਪਰਾਲੀ ਨੂੰ ਸੰਭਾਲ ਹੀ ਨਹੀਂ ਸਕਦਾ। ਇਸ ਕਰਕੇ ਮੇਰੀ ਮਜਬੂਰੀ ਹੈ। ਧੰਨਵਾਦ। ਪਰ ਜਿਹੜਾ ਕਿ ਸਰਕਾਰ ਐਤਕੀ ਬਹੁਤ ਜ਼ਿਆਦਾ ਸਖਤਾਈ ਦਾ ਰੂਪ ਵਰਤ ਰਹੀ ਆ ਕਿ ਪਰਾਲੀ ਦੇ ਸੰਬੰਧਾਂ ਵਿੱਚ ਵੀ ਪਰਾਲੀ ਨੂੰ ਅੱਗ ਨਾ ਲਾਓ। ਪਰਾਲੀ ਨੂੰ ਜ਼ਿਮੀਂਦਾਰ ਬਹੁਤ ਘੱਟ ਅੱਗ ਲਾਉਂਦੇ ਆ, ਪਹਿਲੇ ਵੀ ਨਹੀਂ ਲਾਉਂਦੇ ਸੀਗੇ। ਮਤਲਬ ਜਿੰਨੇ ਕਿ ਕੋਈ ਜਿਹੜੇ ਵੱਡੇ ਜ਼ਿਮੀਂਦਾਰ ਆ ਉਹਨਾਂ ਕੋਲ ਜਿਨ੍ਹਾਂ ਕੋਲ ਇੰਪਲੀਮੈਂਟ ਹੈਗੇ ਆ ਉਹ ਖੇਤਾਂ 'ਚ ਨਸ਼ਟ ਕਰ ਦਿੰਦੇ ਆ। ਜਿਨ੍ਹਾਂ ਕੋਲ ਦੂਸਰੇ ਤਰੀਕੇ ਪ੍ਰਬੰਧ ਹੈਗੇ ਆ, ਜਿਹੜੇ ਕਿ ਮੰਨ ਲਓ ਕਿ ਗੱਠਾਂ ਬੰਨ੍ਹ ਕੇ ਇੰਡਸਟਰੀ ਨੂੰ ਚੁਕਾਉਂਦੇ ਆ, ਉਹ ਵੀ ਹੈਗੇ ਆ, ਉਹ ਵੀ ਕਰਵਾ ਰਹੇ ਆ, ਕਰਦੇ ਆ। ਕਿਉਂਕਿ ਕਿਸੇ ਨੂੰ ਜੱਟ ਮਨਾ ਥੋੜੀ ਕਰਦਾ, ਉਹ ਤਾਂ ਕਹਿੰਦੇ ਯਾਰ ਜਿੰਨੀ ਸਮੇਟੀ ਜਾਏ ਵਧੀਆ ਗੱਲ ਆ,
ਖੇਤ ਜਲਦੀ ਪੱਧਰਾ ਹੋ ਜਾਏ ਤਾਂ ਅਸੀਂ ਕੋਈ ਹੋਰ ਫਸਲ ਬੀਜਣ ਵਾਲੇ ਬਣੀਏ, ਅਸੀਂ ਆਲੂ ਲਾਉਣ ਵਾਲੇ ਬਣੀਏ, ਅਸੀਂ ਕਣਕ ਬੀਜਣ ਵਾਲੇ ਬਣੀਏ। ਔਰ ਜਿਹੜੀ ਕਿ ਮਜਬੂਰੀ ਆ ਕਿ ਛੋਟੇ ਜ਼ਿਮੀਂਦਾਰ ਦੀ ਜਿਹਦੀ ਵਿਚਾਰੀ ਕਿਸੇ ਬੰਨੇ ਪਹੁੰਚ ਨਹੀਂ ਗੀ, ਨਾ ਕਿਸੇ ਕੋਈ ਉੱਦਾਂ ਦੇ ਇੰਪਲੀਮੈਂਟਾਂ ਵਾਲੇ ਨਾਲ ਉਹਦੇ ਲਿੰਕ ਆ, ਔਰ ਉਹਦੀ ਮਜਬੂਰੀ ਜਾਂ ਕਿਸੇ ਨੇ ਕੋਈ 4 ਕਨਾਲੀ ਪੱਠੇ ਬੀਜਣੇ ਆ ਔਰ ਉਹਨੂੰ ਮਜਬੂਰ ਹੋ ਕੇ ਔਰ ਅੱਗ ਲਾ ਕੇ ਉਹਨਾਂ ਥਾਂ ਪੱਧਰਾ ਕਰਕੇ ਉਹਦੇ ਵਿੱਚ ਆਪਾਂ ਨੂੰ ਮਤਲਬ ਕਿ ਉਹ ਪੱਧਰ ਕਰਕੇ ਤੋਂ ਕਣਕ ਜਾਂ ਅਗਲੀ ਫਸਲ ਬੀਜਣ ਦੀ ਤਿਆਰੀ ਕਰਨੀ ਪੈਂਦੀ ਆ। ਤਾਂ ਉਹਦੇ ਵਿੱਚ ਸਰਕਾਰ ਥੋੜ੍ਹੀ ਜਿਹੀ ਨਰਮਾਈ ਵਰਤੇ ਔਰ ਇਹੋ ਜਿਹੇ ਸਖਤ ਹਦਾਇਤਾਂ ਨਾ ਕਰੇ, ਔਰ ਜਿਹਦੇ ਵਿੱਚ ਕਿਸਾਨ ਵੀ ਵਿਚਾਰਾ ਜਿਉਂਦਾ ਜਾਗਦਾ ਰਹਿ ਜਾਏ, ਆਪਣੇ ਪਰਿਵਾਰ 'ਚ ਰੋਟੀ ਖਾਂਦਾ ਰਹਿ ਜਾਏ, ਤੇ ਬਾਕੀ ਵੀ ਸਾਰੇ ਕੰਮ ਕਰ ਸਕਦੇ। ਸਰਕਾਰ ਦਾ ਕਹਿਣਾ ਜੇ ਪਰਾਲੀ ਸਾੜੀ ਜਾਏਗੀ ਤੇ ਲਾਇਸੈਂਸ ਤੇ ਪਾਸਪੋਰਟ ਤਾਂ ਰੱਦ ਕੀਤੇ ਜਾਣਗੇ, ਉਹਦੇ ਬਾਰੇ ਕੀ ਕਹਿਣਾ? ਜਿਹੜਾ ਲਾਇਸੈਂਸ ਦੀ ਗੱਲ ਕੀਤੀ ਆ ਡੀਸੀ ਸਾਹਿਬ ਕਰਪੂਥਲੇ ਨੇ ਕਿ ਅਸੀਂ ਲਾਇਸੈਂਸ ਕੈਂਸਲ ਕਰ ਦਾਂਗੇ ਅਸਲੇ ਦੇ, ਔਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਗੱਲ ਵੀ ਇਹ ਅਸਲਾ ਖੇਤਾਂ ਦੇ ਵਿੱਚ ਲਾਇਆ ਜਾਂਦਾ ਜਾਂ ਅਸਲੇ ਦੇ ਨਾਲ ਖੇਤਾਂ ਦੇ ਵਿੱਚ ਮਤਲਬ ਕਿ ਪਰਾਲੀ ਚਲਾਈ ਜਾਂਦੀ ਆ? ਅਸਲੇ ਦੇ ਨਾਲ ਤੇ ਪਰਾਲੀ ਦੇ ਨਾਲ ਕੋਈ ਉਹਦਾ ਸੰਬੰਧ ਨਹੀਂਗਾ। ਇਹੋ ਜਿਹੇ ਮੇਰੇ ਖਿਆਲ ਤੋਂ ਕੋਈ ਲਿੰਕ ਨਹੀਂ ਰੱਖਣੇ ਚਾਹੀਦੇ। ਰਹੀ ਗੱਲ ਪਾਸਪੋਰਟ ਦੀ, ਪਾਸਪੋਰਟ ਜ਼ਬਤ ਕੀਤੇ ਜਾਣਗੇ। ਉਹ ਜੇ ਵਿਚਾਰਾ ਮਜਬੂਰ ਆ ਕਿਸਾਨ, ਤਾਂ ਹੀ ਤਾਂ ਦੇਸ਼ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਜਾ ਰਿਹਾ। ਡੀਸੀ ਸਾਹਿਬ ਤੁਸੀਂ ਕਾਹਤੋਂ ਨਹੀਂ ਨੌਕਰੀ ਛੱਡ ਕੇ ਵਿਦੇਸ਼ ਚਲੇ ਜਾਂਦੇ? ਤੁਹਾਡੇ ਲੱਖ ਰੁਪਈਆ ਘਰ ਆਉਂਦਾ ਨਾ ਮਹੀਨੇ ਦੇ ਮਹੀਨੇ। ਉਹਨਾਂ ਦਾ ਕਹਿਣਾ ਕਿ ਕੇਂਦਰ ਦੀਆਂ ਜਿਹੜੇ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਕਿਸਾਨ ਨੂੰ ਮਿਲਦੀਆਂ ਉਹ ਵੀ ਜਿਹੜੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਚਲੋ ਜਿਹੜੀਆਂ ਸਕੀਮਾਂ ਆ ਉਹ ਅਲੱਗ ਗੱਲ ਆ, ਜਿਹੜੇ ਆਹ ਕੰਮ ਆ ਨਾ ਵੀ ਅਸੀਂ ਬਾਹਰ ਵੀ ਨਹੀਂ, ਵਿਦੇਸ਼ ਵੀ ਨਹੀਂ ਜਾਣ ਦੇਣਾ, ਅਸੀਂ ਅਸਲੇ ਦਾ ਲਾਇਸੈਂਸ ਕੈਂਸਲ ਕਰ ਦਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਮੇਰੇ ਖਿਆਲ ਜਿਹੜੀਆਂ ਧਮਕੀਆਂ ਇੱਦਾਂ ਦੀਆਂ ਨਹੀਂ ਦੇਣੀਆਂ ਚਾਹੀਦੀਆਂ, ਜਿਹਦੇ ਵਿੱਚ ਹਰੇਕ ਦੇ ਮਨ ਨੂੰ ਠੇਸ ਪਹੁੰਚੂਗੀ। ਔਰ ਜੇ ਜ਼ਿਆਦਾ ਜ਼ਬਰਦਸਤੀ ਕਰਨਗੇ ਤਾਂ ਫਿਰ ਬੰਦਾ ਮਜਬੂਰ ਹੋ ਕੇ ਵੀ ਅੱਗ ਲਾਊਗਾ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਬੰਧਕੀ ਭਵਨਾਂ ਦੇ ਬਾਹਰ 10 ਅਕਤੂਬਰ ਤੋਂ 15 ਅਕਤੂਬਰ ਤੱਕ ਹੜਤਾਲ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੀਆਂ ਪੁਰਾਣੀਆਂ ਮੰਗਾਂ ਹਨ, ਇਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੂਰੀਆਂ ਕੀਤੀਆਂ ਜਾਣਗੀਆਂ, ਪਰ ਇਹ ਵੀ ਸਰਕਾਰ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ। ਐਕਚੁਅਲ ਮੰਗਾਂ ਸਾਡੀਆਂ ਇਹ ਨੇ, ਸਾਂਝੀਆਂ ਹੀ ਮੰਗਾਂ ਨੇ ਪੂਰੇ ਮੁਲਾਜ਼ਮਾਂ ਦੀਆਂ, ਪੰਜਾਬ ਲੈਵਲ ਤੇ ਨੇ, ਜਿਹੜੀਆਂ ਕਿ ਗਵਰਨਮੈਂਟ ਨੇ ਇਹਦੇ ਤੇ ਫੈਸਲਾ ਲੈਣਾ। ਜਿਹੜਾ ਪਹਿਲੀ ਸਰਕਾਰਾਂ ਰਹੀਆਂ ਨੇ ਉਹਨਾਂ ਵੇਲੇ ਦੀਆਂ ਹੀ ਚਲਦੀਆਂ ਆ ਰਹੀਆਂ ਨੇ, ਨਾ ਕਿ ਇਹ ਨਵੀਂ ਸਰਕਾਰ ਨਾਲ ਕੋਈ ਨਵੇਂ ਤੌਰ ਤੇ ਕੋਈ ਗੱਲ ਕੀਤੀ ਜਾ ਰਹੀ ਆ। ਸਾਡੀਆਂ ਮੰਗਾਂ ਕਾਮਨ ਮੰਗਾਂ ਨੇ ਸਾਰੇ ਮੁਲਾਜ਼ਮਾਂ ਲਈ ਕਿ ਜਿਹੜੇ ਬੱਚੇ 2004 ਤੋਂ ਸਰਕਾਰੀ ਨੌਕਰੀ 'ਚ ਆਏ ਨੇ ਉਹਨਾਂ ਦੀ ਪੈਨਸ਼ਨ ਜਿਹੜੀ ਹੈਗੀ, ਜਿਹੜੀ ਹੋਰ ਸਟੇਟਸ ਨੇ ਲਾਗੂ ਵੀ ਕਰ ਦਿੱਤੀ ਕਈਆਂ ਨੇ, ਇਹਨਾਂ ਨੇ ਉਹਦੇ ਤੇ ਅਜੇ ਕੋਈ ਧਿਆਨ ਨਹੀਂ ਦੇ ਰਹੀ ਸਰਕਾਰ, ਜਦ ਕਿ ਇਹਨਾਂ ਨੂੰ ਦੇਣਾ ਚਾਹੀਦਾ ਹੈ। ਪੰਜਾਬ 'ਚ ਅਗਰ ਇਹਨਾਂ ਦਾ ਰਾਜ ਆ, ਰਾਜ ਵੀ ਸਾਡਾ ਲੋਕ ਪੱਖੀ ਰਾਜ ਆ ਤੇ ਲੋਕਾਂ ਦੇ ਬਣਾਏ ਮੁਤਾਬਕ ਹੀ ਰਾਜ ਇਹਨਾਂ ਨੂੰ ਮਿਲਿਆ, ਜਿਹਦੇ ਵਿੱਚ ਕਿ ਮੁਲਾਜ਼ਮਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ। ਜਦੋਂ ਇਲੈਕਸ਼ਨ ਹੁੰਦੇ ਨੇ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਤਾਂ ਖਾਸ ਕਰ ਰੋਲ ਹੁੰਦਾ, ਸਾਰਾ ਕੰਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਲਿਆ ਜਾਂਦਾ, ਲੇਕਿਨ ਜਦੋਂ ਮੁਲਾਜ਼ਮਾਂ ਨੂੰ ਕੋਈ ਦੇਣ ਦੀ ਗੱਲ ਆਉਂਦੀ ਆ ਤੇ ਉਦੋਂ ਸਰਕਾਰਾਂ ਪਿੱਛੇ ਹੋ ਜਾਂਦੀਆਂ ਨੇ। ਸਾਡੀਆਂ ਮੰਗਾਂ ਨੇ ਕਿ ਉਹਨਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਜਿਸ ਤਰ੍ਹਾਂ ਕਿ ਅੱਗੇ ਚੱਲੀ ਆ ਰਹੀ ਸੀ, ਜਿਹੜਾ ਇੰਪਲਾਈ ਸਰਵਿਸ ਕਰਦਾ 30-35 ਸਾਲ ਆਪਣੇ ਸਰਕਾਰ ਨੂੰ ਦਿੰਦਾ, ਲੋਕ ਸੇਵਾ ਵੀ ਕਰਦਾ, ਲੋਕ ਕੰਮ ਕਰਦਾ ਸਾਰੀ ਜ਼ਿੰਦਗੀ ਲਗਾ ਕੇ, ਅਗਰ ਉਸ ਨੂੰ ਕੱਲ ਨੂੰ ਉਸਦੇ ਬੱਚਿਆਂ ਦਾ, ਹਰ ਇੱਕ ਨੂੰ ਦੁਨੀਆ ਨੂੰ ਪਤਾ ਹੀ ਹੈ ਕਿ ਬੱਚੇ ਸਾਰੇ ਨਹੀਂ ਦੇਖਭਾਲ ਕਰ ਪਾਉਂਦੇ, ਕਿਸੇ ਨੂੰ ਕਿਸੇ ਤਰ੍ਹਾਂ ਦੀ ਮਜਬੂਰੀ ਹੁੰਦੀ, ਕਈ ਵੈਸੇ ਹੀ ਨਹੀਂ ਕਰ ਪਾਉਂਦੇ, ਉਹਦੇ ਲਈ ਕੀ ਹੁੰਦਾ ਮੁਲਾਜ਼ਮ ਕੋ ਇੱਕ ਕਿ ਉਹਨੂੰ ਪੈਨਸ਼ਨ ਲੱਗ ਜਾਵੇ ਤਾਂ ਕਿ ਉਹ ਆਪਣੇ ਤੇ ਹੀ ਡਿਪੈਂਡਡ ਰਹੇ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਪਤਨੀ ਵੀ ਉਹ ਵੀ ਉਹਦੇ ਤੇ ਡਿਪੈਂਡਡ ਹੋਵੇ। ਉਹਦਾ ਇੱਕੋ ਇੱਕ ਜ਼ਰੀਆ ਇਹ ਹੀ ਹੈ ਕਿ ਪੈਨਸ਼ਨ ਉਹਦੀ ਜ਼ਰੂਰ ਲਾਗੂ ਹੋਣੀ ਚਾਹੀਦੀ ਆ। ਸਰਕਾਰ ਦੇ ਨਾਲ ਕੋਈ ਗੱਲਬਾਤ? ਸਰਕਾਰ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ, ਲੇਕਿਨ ਸਰਕਾਰ ਹੁਣ ਜਿਹੜਾ ਆ ਉਹ ਸਾਨੂੰ ਕੋਈ ਨਾ ਤਾਂ ਮੀਟਿੰਗ ਦਾ ਸੱਦਾ ਦੇ ਰਹੀ ਹੈ, ਨਾ ਇਸ ਸੰਬੰਧੀ ਕੋਈ ਗੱਲ ਕਰ ਰਹੀ ਹੈ ਸਾਡੇ ਨਾਲ। ਇਹ ਸਾਡਾ ਬਹੁਤ ਵੱਡਾ ਰੋਸ ਹੈ ਸਰਕਾਰ ਦੇ ਅਗੇਂਸਟ। ਕੁਝ ਦਿਨ ਬਾਅਦ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਆਉਣ ਵਾਲੀ ਹੈ। ਜਿੱਥੇ ਦੀਪਮਾਲਾ ਹੁੰਦੀ ਹੈ ਉੱਥੇ ਪਟਾਕੇ ਵੀ ਚਲਾਏ ਜਾਂਦੇ ਹਨ। ਅੱਜ ਜਲੰਧਰ ਦੇ ਪਲਟਨ ਪਾਰਕ ਵਿੱਚ ਪਟਾਕਿਆਂ ਦੇ ਲਾਇਸੈਂਸ ਵੰਡੇ। ਪ੍ਰਸ਼ਾਸਨ ਨੇ ਕਿਹਾ ਕਿ ਪਟਾਕੇ ਵੇਚਣ ਵਾਲੇ ਸੁਰੱਖਿਆ ਦੇ ਸਾਰੇ ਨਿਯਮ ਫੋਲੋ ਕਰਨਗੇ। ਜਿਹੜਾ ਅੱਜ ਅਸੀਂ ਤਿਉਹਾਰਾਂ ਦੇ ਮੱਦੇਨਜ਼ਰ ਜਿਹੜੇ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਉਹਦੇ ਅਕੋਰਡਿੰਗ ਅਸੀਂ ਅੱਜ ਇੱਕ ਲੱਕੀ ਡਰਾ ਕੱਢਿਆ, ਜਿਹਦੇ ਵਿੱਚ ਸਾਡੇ ਕੋਲ 126 ਐਪਲੀਕੇਸ਼ਨ ਰਿਸੀਵ ਹੋਈਆਂ ਸੀ ਤੇ ਉਹਦੇ ਵਿੱਚੋਂ ਜਿਹੜਾ 20% ਅਸੀਂ ਕੱਢਣਾ ਹੁੰਦਾ ਤਾਂ 20 ਲਾਇਸੈਂਸਿਸ ਜਿਹੜੇ ਟੈਂਪਰੇਰੀ ਫਾਇਰ ਕ੍ਰੈਕਰ ਲਾਇਸੈਂਸ ਹੈ ਉਹ ਅਸੀਂ ਅੱਜ ਉਹਨਾਂ ਦਾ ਲੱਕੀ ਡਰਾ ਕੱਢਿਆ। ਸਰ ਲਾਇਸੈਂਸ ਲਈ ਕਿੰਨੀ ਕੀ ਉਹਦੇ ਚਾਰजेस ਸੀਗੇ ਲਾਇਸੈਂਸ ਦੇ, ਔਰ ਖਾਸ ਕਰ ਅਗਰ ਗੱਲ ਕੀਤੀ ਜਾਵੇ ਅਗਰ ਸ਼ਾਪ ਸਾਈਜ਼ ਦੀ ਜਾਂ ਸ਼ਾਪ ਕਾਊਂਟਰ ਬਾਰੇ, ਪਾਰਟੀਸ਼ਨ ਬਾਰੇ, ਉਸ ਬਾਰੇ ਦੱਸ। ਇਹਦੇ ਵਿੱਚ ਜੀ ਇਸ ਵਾਰੀ ਅਸੀਂ ਜਿਹੜਾ ਹਮੇਸ਼ਾ ਦੀ ਤਰ੍ਹਾਂ ਬਲਟਨ ਪਾਰਕ ਚੂਜ਼ ਕੀਤਾ ਬਿਕੋਜ਼ ਉਹ ਖੁੱਲੀ ਜਗ੍ਹਾ ਹੈਗੀ ਹੈ, ਸੋ ਉੱਥੇ ਜਿਹੜੀਆਂ ਸ਼ਾਪ ਸੈਟਅਪ ਹੋਣਗੀਆਂ ਤੇ ਉੱਥੇ ਸੰਬੰਧੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਹੈ ਜਾਂ ਜਿਹੜਾ ਫਾਇਰ ਡਿਪਾਰਟਮੈਂਟ ਹੈ ਜਾਂ ਜਿਹੜੇ ਮੈਡੀਕਲ ਫੈਸਿਲਿਟੀਜ਼ ਹੈਗੀਆਂ ਨੇ ਉਹ ਅਕੋਰਡਿੰਗ ਟੂ ਜਿਹੜੀਆਂ ਸਾਡੇ ਕੋਲ ਗਾਈਡਲਾਈਨਸ ਆਈਆਂ ਹੋਈਆਂ ਨੇ ਉਹਦੇ ਅਕੋਰਡਿੰਗ ਹੀ ਸਾਰੀ ਅਸੀਂ ਡਿਪਲੋਏ ਕਰਾਂਗੇ। ਕਿੰਨੇ ਦੀ ਦੁਕਾਨ ਹੋਏਗੀ?
ਜਿਹੜੀ ਦੁਕਾਨ ਦਾ ਸਾਈਜ਼ ਹੈਗਾ ਜੀ ਉਹ ਇਹਦੇ ਵਿੱਚ ਮੈਂਸ਼ਨ ਨਹੀਂ ਹੈ ਜਿਹੜਾ ਗਾਈਡਲਾਈਨ ਹੈ, ਬਟ ਅਸੀਂ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਥੇ ਪ੍ਰੋਪਰ ਪੀਸੀਆਰ ਵਗੈਰਾ ਡਿਪਲੋਏ ਕਰਾਂਗੇ ਤੇ ਜਿਹੜਾ 3-3 ਮੀਟਰ ਦਾ ਗੈਪ ਹੈਗਾ ਉਹਨੂੰ ਅਸੀਂ ਸਰ ਰੈਂਟ ਕੀ ਹੋਏਗਾ ਦੁਕਾਨ ਦਾ? ਹਾਂਜੀ ਦੁਕਾਨ ਦਾ ਰੈਂਟ ਕੀ ਹੈ? ਦੁਕਾਨ ਦਾ ਜਿਹੜਾ ਕਾਰਪੋਰੇਸ਼ਨ ਨੇ ਜਿਹੜੀ ਫੀਸ ਭਰਾਣੀ ਹੈ ਉਹ ਆਈ ਥਿੰਕ ਜੀ ਇਹਦੇ ਵਿੱਚ ਲਿਖੀ ਹੋਈ ਹੈ, ਉਹ 2000 ਰੁਪੀਜ਼ ਹੈਗੀ ਹੈ ਜੀ। ਅੱਛਾ ਜੀ। ਕਾਰਪੋਰੇਸ਼ਨ ਦੀ ਹੈ ਤੇ 2000 ਰੁਪੀਜ਼ ਕਾਰਪੋਰੇਸ਼ਨ ਦੀ ਹੈਗੀ ਹੈ ਜੀ। ਮਤਲਬ ਟੋਟਲ ਰੈਂਟ ਕਿੰਨਾ ਹੋਇਆ ਦੁਕਾਨ ਦਾ ਜੀ? 2000 ਰੁਪੀਜ਼ ਹੈਗਾ ਜੀ। 2000 ਰੁਪੀਜ਼। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਜਪੁਰਾ ਦੇ ਸੇਵਾ ਕੇਂਦਰ ਦੇ ਵਿੱਚ ਪੇਪਰਲੈਸ ਕੰਮ ਦੀ ਸ਼ੁਰੂਆਤ ਕਰਵਾਈ ਗਈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਡਿਜੀਟਲ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅੱਜ ਇੱਥੇ ਸਾਡੇ ਮਾਨਯੋਗ ਜਿਹੜੇ ਐਮਐਲਏ ਆ ਰਾਜਪੁਰਾ ਤੋਂ ਨੀਨਾ ਮਿੱਤਲ ਜੀ, ਸਾਡੇ ਡੀਸੀ ਸਾਹਿਬ, ਸਾਡੇ ਆਫਿਸਰ ਗਰੀਸ਼ ਜੀ ਤੇ ਹੋਰ ਸਾਡੀ ਸਾਰੀ ਟੀਮ ਦੇ ਨਾਲ ਇੱਥੇ ਸੁਵਿਧਾ ਕੇਂਦਰ 'ਚ ਜਿਹੜਾ ਇੱਥੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਮੈਂ ਇੱਥੇ ਪਹੁੰਚਿਆ ਸੀ, ਕਿਉਂਕਿ ਸਾਡੀ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ, ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਸਹੂਲਤ ਜ਼ਿਆਦਾ ਤੋਂ ਜ਼ਿਆਦਾ ਦਿੱਤੀ ਜਾ ਸਕੇ। ਜਿਹੜੀਆਂ ਕਮੀਆਂ ਪੇਸ਼ੀਆਂ ਲੋਕਾਂ ਨੂੰ ਸੁਵਿਧਾ ਕੇਂਦਰਾਂ ਦੇ ਵਿੱਚ ਪਹਿਲਾਂ ਆਉਂਦੀਆਂ ਸੀ, ਕਿਉਂਕਿ ਨਾਮ ਤਾਂ ਸੁਵਿਧਾ ਕੇਂਦਰ ਹੈ ਪਰ ਲੋਕਾਂ ਨੂੰ ਇੱਥੇ ਦੁਵਿਧਾ ਬਹੁਤ ਹੁੰਦੀ ਸੀ, ਦਿੱਕਤਾਂ ਬਹੁਤ ਆਉਂਦੀਆਂ ਸੀ। ਸੋ ਅਸੀਂ ਲਗਾਤਾਰ, ਕਿਉਂਕਿ ਮੇਰੇ ਕੋਲੇ ਗਵਰਨੈਂਸ ਰਿਸਪੌਂਸ ਡਿਪਾਰਟਮੈਂਟ ਹੈ, ਅਸੀਂ ਲਗਾਤਾਰ ਸੀਐਮ ਸਾਹਿਬ ਦੇ ਆਦੇਸ਼ਾਂ ਤੇ ਲਗਾਤਾਰ ਇਹ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਹੋਰ ਵੀ ਦੇਖਿਆ ਹੋਣਾ ਕਿ ਅਸੀਂ ਹਰ ਡਿਪਾਰਟਮੈਂਟ ਜਿਹੜਾ ਡਿਜੀਟਲਾਈਜੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ਾਂ ਕਰ ਰਹੇ ਹਾਂ। ਅਸੀਂ ਇਹਦੇ 'ਚ ਵੀ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਕਿ ਅਸੀਂ 183 ਜਿਹੜੀਆਂ ਸਰਵਿਸਿਜ਼ ਅਸੀਂ ਲੋਕਾਂ ਨੂੰ ਫੋਨ ਤੇ ਜਿਹੜੀਆਂ WhatsApp ਤੇ ਜਿਹੜੀਆਂ ਪ੍ਰੋਵਾਈਡ ਹੈ ਉਹ ਕਰਵਾ ਰਹੇ ਹਾਂ। ਅੱਗੇ ਮਤਲਬ ਕਿ ਲੋਕਾਂ ਨੂੰ ਦੇਖੋ ਇੱਥੇ ਆ ਕੇ ਪਹਿਲਾਂ ਅਪਲਾਈ ਵੀ ਕਰਨਾ ਪੈਂਦਾ ਸੀ, ਫਿਰ ਗੇੜੇ ਮਾਰਨੇ ਪੈਂਦੇ ਸੀ, ਫਿਰ ਉਹਨੂੰ ਇੱਥੋਂ ਹੀ ਆ ਕੇ ਸਰਟੀਫਿਕੇਟ ਜਿਹੜਾ ਉਹ ਕਲੈਕਟ ਹੈ ਉਹ ਕਰਨਾ ਪੈਂਦਾ ਸੀ। ਫਰਜ਼ ਕਰ ਲਓ ਕੋਈ ਬੱਚਾ ਹੈ, ਜੇ ਉਹਨੇ ਐਡਮਿਸ਼ਨ ਕਿਤੇ ਕਰਵਾਉਣੀ ਆ, ਉਹਨੂੰ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ, ਉਹਨੂੰ ਜਿਹੜਾ ਕੋਈ ਇਨਕਮ ਸਰਟੀਫਿਕੇਟ ਚਾਹੀਦਾ, ਤਾਂ ਉਹਨੂੰ ਜੇ 5 ਯੂਨੀਵਰਸਿਟੀ 'ਚ ਅਪਲਾਈ ਕਰਨਾ ਤਾਂ ਉਹਨੂੰ 5 ਸਰਟੀਫਿਕੇਟ ਇੱਥੋਂ ਲੈਣੇ ਪੈਂਦੇ ਸੀ। 5 ਤੇ ਹੋਲੋਗ੍ਰਾਮ ਲਾਉਣਾ ਪੈਂਦਾ ਸੀ, 5 ਜਿਹੜੇ ਸਾਈਨ ਕਰਵਾਉਣੇ ਪੈਂਦੇ ਸੀ। ਹੁਣ ਅਸੀਂ ਇਹ ਸਾਰਾ ਝੰਜਟ ਹੀ ਖਤਮ ਕਰਤਾ। ਉਹਦੇ WhatsApp ਤੇ ਬੱਚੇ ਦੇ ਤੇ ਜਿਹੜਾ ਉਹਦਾ ਲਿੰਕ ਆ ਜਾਊਗਾ, ਉੱਥੋਂ ਡਾਊਨਲੋਡ ਕਰਕੇ ਉਹ 5 ਪ੍ਰਿੰਟ ਕਢਾ ਕੇ ਉਹ 5 ਅਲੱਗ-ਅਲੱਗ ਜਗ੍ਹਾ ਤੇ ਅਪਲਾਈ ਕਰ ਸਕਦਾ ਹੈ। ਸਿੱਧੂ ਮੂਸੇਵਾਲਾ ਕਤਲकांड ਵਿੱਚ ਅੰਮ੍ਰਿਤਸਰ 에ਅਰਪੋਰਟ ਤੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਇਹ ਦੋਸ਼ੀ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਦਰਅਸਲ ਇਸ ਦੇ ਉੱਪਰ ਦੋਸ਼ ਹੈ ਕਿ ਇਸ ਨੇ ਸਿੱਧੂ ਮੂਸੇਵਾਲੇ ਦੀ ਰੇਕੀ ਕੀਤੀ ਸੀ, ਪਰ ਅੱਜ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹੜਾ ਇਹਦੇ ਵਿੱਚ ਇੱਕ ਬੰਦਾ ਫੜਿਆ, ਕੀ ਨਾਂ ਦਾ, ਕੀ ਡਿਟੇਲ ਸੀ? ਹਾਂ, ਇਹ ਅੱਜ ਮਿਤੀ 13 ਤਰੀਕ ਨੂੰ ਸਵੇਰੇ ਕਰੀਬ 8:15 ਵਜੇ ਇੱਕ ਫਲਾਈਟ ਹੈ 에ਅਰ ਇੰਡੀਆ ਦੀ SG55। ਇਹਦੀ ਇਮੀਗ੍ਰੇਸ਼ਨ ਦੇ ਦੌਰਾਨ ਇੱਕ ਜਗਤਾਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਮੂਸਾ ਥਾਣਾ ਰਾਮਦਿੱਤਾ ਵਾਲਾ ਹੈ, ਇਸ ਬੰਦੇ ਦੀ LOC ਇਸ਼ੂ ਕੀਤੀ ਗਈ ਸੀ ਸੰਬੰਧਿਤ ਮਾਨਸਾ ਪੁਲਿਸ ਵੱਲੋਂ, ਔਰ ਉਸ LOC ਦੇ ਆਧਾਰ ਦੇ ਉੱਤੇ ਇਮੀਗ੍ਰੇਸ਼ਨ ਨੇ ਇਹਨੂੰ ਡਿਟੇਨ ਕੀਤਾ ਸੀਗਾ। ਡਿਟੇਨ ਕਰਕੇ ਇਸ ਆਦਮੀ ਨੂੰ SHO 에ਅਰਪੋਰਟ ਦੇ ਹੈਂਡਓਵਰ ਕੀਤਾ ਸੀਗਾ, ਜੋ ਇਸ ਵੇਲੇ ਸਾਡੇ ਕੋਲ ਹੈ। ਅਸੀਂ ਮਾਨਸਾ ਪੁਲਿਸ ਨੂੰ ਇੰਟੀਮੇਟ ਕਰ ਦਿੱਤਾ ਆ ਔਰ ਆਪਣੇ ਸੀਨੀਅਰ ਅਫਸਰਾਂ ਨੂੰ ਵੀ ਇੰਟੀਮੇਸ਼ਨ ਦੇ ਦਿੱਤੀ ਹੈ, ਔਰ ਉਹ ਆ ਕੇ ਇਸ ਮੁਕੱਦਮੇ ਵਿੱਚ ਪੁਲਿਸ ਜਿਹੜੀ ਆ ਉਹ ਲੈ ਜਾਏਗੀ ਇਹਨੂੰ। ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿੱਚ ਬੀਤੇ ਦਿਨ ਹੀ ਇੱਕ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਪਰ ਪੁਲਿਸ ਨੂੰ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਬਹਰਹਾਲ ਪੁਲਿਸ ਨੇ 6 ਸ਼ੱਕੀਆਂ ਨੂੰ ਰਾਉਂਡ ਅਪ ਕੀਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਇਸੀ ਰਾਤ ਇੱਥੇ ਗੋਲੀਆਂ ਮਾਰ ਕੇ ਹੱਤਿਆ ਕਰਤੀ ਸੀਗੀ ਗੁਰਜੰਟ ਸਿੰਘ ਨਾਮ ਦਾ। ਉਹਦੇ ਬਾਰੇ ਅੱਜ ਕੀ ਕੀਤਾ ਜਾ ਰਿਹਾ? ਕੱਲ੍ਹ ਉਹਦਾ ਪੋਸਟਮਾਰਟਮ ਹੋ ਗਿਆ ਸੀ ਜੀ, ਤੇ ਉਹਦੇ ਬ੍ਰਦਰ ਜਿਹੜਾ ਬਾਹਰ ਸੀ ਉਹ ਅੱਜ ਆ ਗਿਆ। ਵਾਰਸਾਂ ਦੇ ਹਵਾਲੇ ਇਲਾਜ ਕਰਕੇ ਅੱਜ ਸੰਸਕਾਰ ਕਰਵਾ ਦਿੱਤਾ ਗਿਆ ਜੀ। ਤੇ ਗਾੜੀ ਦੋਸ਼ੀਆਂ ਦੀ ਭਾਲ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੋਈ ਸ਼ੱਕੀ ਬੰਦਿਆਂ ਨੂੰ ਫੜਿਆ ਵੀ ਹੈ ਜੀ। ਕਿੰਨੇ ਕੁ ਬੰਦੇ ਫੜੇ ਕੇ ਸ਼ੱਕੀ ਫੜਿਆ ਜੀ, ਪੁੱਛਗਿੱਛ ਚੱਲ ਰਹੀ ਹੈ ਉੱਥੇ। ਬਟਾਲਾ ਦੇ ਅਧੀਨ ਪੈਂਦੇ ਪਿੰਡ ਚੋਣੇ ਦੇ ਰਹਿਣ ਵਾਲੇ ਫੌਜੀ ਜਵਾਨ ਜਗਰਾਜ ਸਿੰਘ ਉਮਰ 36 ਸਾਲ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਰਨ ਵਾਲਾ ਨਾਗਪੁਰ ਵਿੱਚ ਡਿਊਟੀ ਤੇ ਤੈਨਾਤ ਸੀ। ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਪਈ। ਦੁੱਖ ਦੀ ਘੜੀ ਆ। ਸਾਡਾ ਭਤੀਜਾ ਜਗਰਾਜ ਸਿੰਘ ਜੋ ਸਦਾ ਲਈ ਸਾਡੇ ਤੋਂ ਵਿਛੜ ਗਿਆ, ਵੱਡਾ ਦੁਖਾਂਤ ਹੈ। ਸਾਰੀ 36 ਸਾਲ ਦੀ ਉਮਰ ਸੀ। ਇਸ 31 ਅਕਤੂਬਰ ਨੂੰ ਰਿਟਾਇਰਮੈਂਟ ਲੈ ਕੇ ਉਹਨੇ ਵਾਪਸ ਆਪਣੇ ਘਰ ਆਉਣਾ ਸੀ। ਬੜੀਆਂ ਮਨ 'ਚ ਰੀਝਾਂ ਸੀ, ਚਾਅ ਸੀ ਕਿ ਮੈਂ ਰਿਟਾਇਰ ਹੋ ਕੇ ਆਉਣਾ, ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀਗਾ। ਉਹਦੇ ਹੁਕਮ ਅੱਗੇ ਸਿਰ ਝੁਕਾਉਣਾ ਪੈਂਦਾ।
ਅੱਜ ਸਾਡੇ ਪਰਿਵਾਰ ਨੂੰ ਬਹੁਤ ਵੱਡੀ ਸੱਟ ਵੱਜੀ ਆ। ਪਿਤਾ ਉਹਨਾਂ ਦਾ ਬਿਮਾਰ ਆ, ਡਾਇਲਸਿਸ ਹੁੰਦੇ ਨੇ, ਬੱਚੇ ਛੋਟੇ ਆ, ਬੇਟੀ 2 ਸਾਲ ਦੀ ਆ। ਬਹੁਤ ਵੱਡਾ ਦੁਖਾਂਤ ਹੈ। ਗੁਰੂ ਮਿਹਰ ਕਰੇ, ਪਰਿਵਾਰ ਨੂੰ ਬਲ ਬਖਸ਼ੇ। ਕਿੰਨੀ ਕੁ ਉਮਰ ਸੀਗੀ ਤੇ ਕਿੰਨੀ ਉਮਰ ਦੀ ਸੇਵਾ ਕਰ ਚੁੱਕੇ ਨੇ? ਇਸ ਟਾਈਮ ਉਹਨਾਂ ਦੀ 36 ਸਾਲ ਉਮਰ ਸੀ ਤੇ ਤਕਰੀਬਨ ਉਹਨੇ 16 ਸਾਲ 9 ਮਹੀਨੇ ਸਰਵਿਸ ਕੀਤੀ ਹੈ ਤੇ ਬੜੀ ਬੇਦਾਗ ਸਰਵਿਸ ਕੀਤੀ ਹੈ। ਵਧੀਆ ਅਫਸਰਾਂ ਨਾਲ ਉਹਨਾਂ ਸੰਬੰਧ ਰਹੇ ਨੇ ਤੇ ਤਕਰੀਬਨ ਪਰਸੋਂ ਤੋਂ ਹੀ ਸਾਰੀ ਉਹਨਾਂ ਦੇ ਜਿਹੜੇ ਸਾਥੀ ਆ ਉੱਥੇ ਸਾਡੇ ਕੋਲ ਹੀ ਨੇ ਇੱਥੇ ਪਿੰਡ, ਤੇ ਬਹੁਤ ਵਧੀਆ ਸੇਵਾ ਕਰਕੇ ਆ ਦੇਸ਼ ਦੀ। ਮੈਨੂੰ ਦੁੱਖ ਹੈ, ਸਾਰੇ ਲੋਕਾਂ ਨੂੰ ਦੁੱਖ ਹੈ, ਤਾਂ ਹੀ ਸਾਰੀ ਸੰਗਤ ਆਈ ਹੈ। ਦੁੱਖਦਾਈ ਗੱਲ ਹੈ ਕਿ ਬੱਚੇ ਛੋਟੇ ਨੇ, ਬਹੁਤ ਛੋਟੇ ਨੇ। ਇਸ ਉਮਰੇ ਜਾਣਾ ਕੀ ਕਮਾਓ, ਸ਼ਿਵ ਕੀ ਕਹਿੰਦਾ ਹੈ, ਜੇ ਉਹ ਜਾਂਦਾ ਹੈ ਉਹ ਉੱਪਰ ਬੁਲੰਦੀਆਂ ਨੂੰ ਜਾਂਦਾ ਤੇ ਹਮੇਸ਼ਾ ਪਰਿਵਾਰ ਦੇ ਸੀਨੇ 'ਚ ਰਹਿੰਦਾ, ਦਿਲੋਂ ਦਿਮਾਗ 'ਚ ਰਹਿੰਦਾ। ਗੁਰੂ ਕਿਰਪਾ ਕਰੇ ਅਜਿਹਾ ਵਰਤਾਰਾ ਨਾ ਹੋਵੇ। ਲੋਕੀ ਆਪਣੀ ਉਮਰੇ ਜਾਣ, ਉਮਰ ਹੋ ਕੇ ਜਾਣ, ਪਰਿਵਾਰ ਸਾਂਭ ਕੇ ਜਾਣ, ਚੰਗਾ ਲੱਗਦਾ ਹੈ। ਪਰ ਉਸ ਈਸ਼ਵਰ ਦੇ ਜੇ ਸਹਿ ਸੋ ਨਾ ਹੀ ਚਾਰਾ ਤੇ ਆਗੇ ਕੀਜੇ ਨਮਸਕਾਰ। ਸਾਡਾ ਜਗਰਾਜ ਸਿੰਘ ਛੋਟਾ ਭਰਾ ਹੈ ਜੀ, ਮੇਰੇ ਤੋਂ ਛੋਟਾ ਹੈਗਾ ਤੇ 5 ਤਰੀਕ ਨੂੰ ਸਾਡੀ ਸਿਸਟਰ ਦੀ ਮੈਰਿਜ ਹੈਗੀ ਤੇ 7 ਤਰੀਕ ਨੂੰ ਘਰੋਂ ਗਿਆ ਵਾ, ਥੋੜਾ ਬੁਖਾਰ ਸੀਗਾ ਤੇ 13 ਤਰੀਕ ਨੂੰ ਰਿਟਾਇਰਮੈਂਟ ਸੀ ਉਹਦੀ। ਅੱਗੇ ਅਕਾਲ ਪੁਰਖ ਦਾ ਭਾਣਾ ਜੀ, ਅਸੀਂ ਸਾਰਾ ਪਰਿਵਾਰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ। ਪਿੱਛੇ ਪਰਿਵਾਰ ਨੂੰ ਵੀ ਬਹੁਤ ਦੁਖੀ ਹੈ ਜੀ। ਛੋਟੇ ਛੋਟੇ ਬੱਚੇ ਉਹਦੇ, 2 ਸਾਲ ਦੀ ਗੁੜੀਆ ਹੈਗੀ, 9 ਸਾਲ ਦਾ ਬੱਚਾ ਹੈ ਜੀ। ਬੇਟੇ ਦਾ ਨਾਮ ਪ੍ਰਭਨੂਰ ਸਿੰਘ ਹੈ ਜੀ। ਕਿੰਨੀ ਸਾਲ ਨੌਕਰੀ? ਬੇਟੇ ਦੀ 9 ਸਾਲ ਉਮਰ ਹੈ। ਨੌਕਰੀ ਕਿੰਨੀ ਸਾਲ? ਨੌਕਰੀ ਉਹਨਾਂ ਦੀ 17-18 ਦੇ ਨੀਅਰ ਅਬਾਊਟ ਸੀਗੀ। ਹਾਂਜੀ, ਲਾਸਟ ਵਾਰੀ ਫੋਨ ਤੇ ਗੱਲ ਹੋਈ ਜਾਂ ਕੋਈ? ਕੋਲੋਂ ਮਿਲ ਕੇ ਗਿਆ ਜੀ, 2 ਦਿਨ ਪਹਿਲਾਂ ਮਿਲ ਕੇ ਗਿਆ। ਅਸੀਂ ਇਕੱਠੇ ਪੜ੍ਹਦੇ ਰਹੇ, ਇਕੱਠਾ ਮੇਰਾ ਕਲਾਸਮੇਟ ਗਿਆ। ਕਹਿਣਾ ਕੀ ਭਾਈ, ਤੰਦਰੁਸਤੀ ਕਿ ਬਿਲਕੁਲ ਫਿੱਟ ਬੰਦਾ ਉਹਨੇ ਕਹਿਣਾ, ਤਿਆਰੀਆਂ ਨਾਲ ਖੁਸ਼ੀਆਂ ਦੇ ਨਾਲ ਆਉਣਾ ਘਰੇ ਤੇ ਬਸ ਆਹ ਕੰਮ ਹੋ ਗਿਆ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇ 2 ਦਿਨਾਂ ਤੋਂ ਇੱਕ ਖਬਰ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਸੀ। ਮਹਿਲਾ ਪੁਲਿਸ ਅਧਿਕਾਰੀ ਵੱਲੋਂ ਬਟਾਲਾ ਦੀ ਪਾਰਕ ਵਿੱਚ ਬੈਠੀਆਂ ਲੜਕੀਆਂ ਨੂੰ ਥੱਪੜ ਲਾਏ ਸਨ। ਉਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈ ਤੇ ਨਾਲ ਹੀ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਜਾਂਦੇ ਹਨ। ਪਰ ਸੱਚਾਈ ਉਸ ਦੀ ਕੁਝ ਹੋਰ ਸੀ, ਕਿਉਂਕਿ ਮਹਿਲਾ ਪੁਲਿਸ ਅਧਿਕਾਰੀਆਂ ਵੱਲੋਂ ਪਿਆਰ ਨਾਲ ਸਮਝਾਉਣ ਤੇ ਉਹਨਾਂ ਨਾਲ ਬਹਿਸ ਕੀਤੀ ਜਾ ਰਹੀ ਸੀ ਤੇ ਨਾਲ ਹੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਪਰ ਕਈ ਨਿੱਜੀ ਚੈਨਲਾਂ ਨੇ ਤੋੜ ਮਰੋੜ ਕੇ ਉਸ ਨੂੰ ਵਿਖਾਇਆ ਗਿਆ। ਸ਼ਹਿਰ ਵਾਸੀਆਂ ਨੇ ਨਿੰਦਿਆ ਕੀਤੀ। ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਦੇ ਪਾਰਕ ਦੇ ਨੇੜੇ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਲਗਾਤਾਰ ਸ਼ਿਕਾਇਤਾਂ ਦਰਜ ਕਰਵਾ ਕੇ ਦੁਖੀ ਹੋ ਗਏ ਸੀ, ਕਿਉਂਕਿ ਇਹਨਾਂ ਨੌਜਵਾਨ ਲੜਕੀਆਂ ਨੂੰ ਕਿਸੇ ਦੀ ਵੀ ਸ਼ਰਮ ਨਹੀਂ ਸੀ। ਪਰ ਹਰ ਵੇਲੇ 40 ਤੋਂ 50 ਲੜਕੀਆਂ ਇਸ ਪਾਰਕ ਵਿੱਚ ਗਲਤ ਹਾਲਤ ਵਿੱਚ ਮਿਲਦੀਆਂ ਸਨ ਅਤੇ ਨਾਲ ਹੀ ਨਸ਼ੇ ਵਿੱਚ ਵੀ ਧੁੰਦ ਰਹਿੰਦੀਆਂ ਸਨ, ਕਿਉਂਕਿ ਕਿਸੇ ਛੋਟੇ ਵੱਡੇ ਦੀ ਇਹਨਾਂ ਨੂੰ ਸ਼ਰਮ ਖਤਮ ਹੋ ਚੁੱਕੀ ਸੀ। ਜਦੋਂ ਸਾਡੇ ਵੱਲੋਂ ਰੋਕੇ ਜਾਂਦੇ ਸੀ ਤਾਂ ਸਾਡੇ ਨਾਲ ਲੜਦੇ ਝਗੜਦੇ ਸਨ। ਉਹਨਾਂ ਕਿਹਾ ਕਿ ਉਹਨਾਂ ਮਹਿਲਾਵਾਂ ਦਾ ਮਾਣ ਵਧਾਉਣਾ ਚਾਹੀਦਾ ਸੀ, ਨਾ ਕਿ ਉਹਨਾਂ ਦਾ ਮਨੋਬਲ ਤੋੜਨਾ ਚਾਹੀਦਾ ਸੀ। ਬਹੁਤ ਹੀ ਨਿੰਦਾਯੋਗ ਮੈਂ ਕਰਦੀ ਹਾਂ ਇਸ ਚੀਜ਼ ਨੂੰ ਕਿ ਪਹਿਲੀ ਵਾਰੀ ਬਟਾਲੇ ਸ਼ਹਿਰ ਦੇ ਵਿੱਚ ਇੱਕ ਲੜਕੀਆਂ ਨੂੰ ਸਮਝਾਉਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਜਿਹੜੀਆਂ ਬੱਚੀਆਂ ਘਰੋਂ ਪੜ੍ਹਨ ਵਾਸਤੇ ਆਉਂਦੀਆਂ ਨੇ ਉਹ ਆਪਣਾ ਟਾਈਮ ਵੇਸਟ ਕਰਦੀ ਪਈਆਂ ਪਾਰਕ 'ਚ ਬੈਠ ਕੇ, ਤੇ ਅਗਰ ਉਹਨਾਂ ਪਤਾ ਨਕੀਲ ਕੱਸੀ ਗਈ ਹੈ ਤੇ ਤੁਸੀਂ ਉਹਨਾਂ ਦੀ ਟਰਾਂਸਫਰ ਕਰਤੀ ਹੈ। ਬਹੁਤ ਹੀ ਮੰਦਭਾਗੀ, ਮੈਨੂੰ ਤਾਂ ਚੰਗਾ ਹੀ ਨਹੀਂ ਲੱਗਾ। ਮੈਂ ਤਾਂ ਕਿਸੇ ਟਾਈਮ ਦਾ ਖੁਸ਼ ਸੀ 2 ਦਿਨ ਪਹਿਲੇ ਕਿ ਸ਼ੁਕਰ ਹੈ ਸਾਡੇ ਬਟਾਲੇ 'ਚ ਕਾਰਵਾਈ ਹੋਈ ਹੈ। ਸਾਨੂੰ ਲੋਕਾਂ ਨੂੰ ਨਹੀਂ ਤਾਂ ਸਾਨੂੰ ਹਰ ਲੜਕੀ ਦੀ ਲੜਾਈ ਲੜਨੀ ਪੈਂਦੀ ਸੀ। ਤੇ ਬੜਾ ਅੱਜ ਮੈਨੂੰ ਬੜਾ ਅਫਸੋਸ ਹੋਇਆ ਕਿ ਜਿਨ੍ਹਾਂ ਔਰਤਾਂ ਨੇ, ਜਿਨ੍ਹਾਂ ਮਹਿਲਾ ਕਰਮਚਾਰੀ ਨੇ ਆਹ ਉਪਰਾਲਾ ਕੀਤਾ ਸੀ, ਉਹਨਾਂ 'ਤੇ ਕਾਰਵਾਈ ਹੋਈ। ਤੇ ਕਿੱਥੋਂ ਆਪਾਂ ਹੱਕ ਦੀ ਲੜਾਈ ਲੜਾਂਗੇ? ਦੁਬਾਰਾ ਸਾਨੂੰ ਇਨਸਾਫ ਮਿਲੇਗਾ? ਕਦੀ ਵੀ ਨਹੀਂ ਮਿਲਿਆ, ਕਿਉਂਕਿ ਉਹ ਕਰਮਚਾਰੀ ਕਹਿਣਗੀਆਂ ਕਿ ਆਪਾਂ ਜੇ ਇਹਨਾਂ ਦੀ ਹੱਕ ਦੀ ਲੜਾਈ ਲੜੀ ਹੈ, ਸਾਡੀ 'ਤੇ ਕਾਰਵਾਈ ਹੋ ਗਈ, ਆਪਾਂ ਕਿਉਂ ਕਰੀਏ? ਉਹਨਾਂ ਤਨਖਾਹ ਤਾਂ ਮਿਲ ਜਾਣਗੀਆਂ ਮਹੀਨੇ ਬਾਅਦ, ਤਾਂ ਠੀਕ ਆ, ਉਹ ਵਿਹਲੇ ਬੈਠੀਆਂ ਰਹਿਣਗੀਆਂ, ਨਹੀਂ ਉਹ ਕੰਮ ਕਰਨਗੀਆਂ। ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਨੇ ਕਿ ਪੁਲਿਸ ਕਰਮਚਾਰੀ 'ਤੇ ਕਾਰਵਾਈ ਕਰੋ। ਮੈਨੂੰ ਤਾਂ ਲੱਗਦਾ ਕਿ ਉਹਨਾਂ ਦੇ ਘਰ ਖੁਦ ਦੀਆਂ ਬੇਟੀਆਂ ਨਹੀਂ ਸੀ ਆਈਆਂ ਤਾਂ ਹੀ ਉਹਨਾਂ ਨੇ ਕਿਹਾ ਵਾ, ਕਿਉਂਕਿ ਇੱਕ ਪਾਸੇ ਇੱਕ ਥੋੜ੍ਹਾ ਜਿਹਾ ਡੀਪਲੀ ਸੋਚਦੇ ਕਿ ਉਹਨਾਂ ਲੇਡੀਜ਼ ਕਰਮਚਾਰੀ ਨੇ ਕਿਉਂ ਕੀਤਾ। ਅਕਸਰ ਉਹ ਵੀ ਇੱਕ ਮਾਂ ਨੇ, ਉਹ ਵੀ ਭੈਣਾਂ ਸੀ, ਉਹਨਾਂ ਨੇ ਇੱਕ ਭੈਣ ਦਾ ਹੱਕ ਸਮਝ ਕੇ ਸਮਝਾਇਆ ਸੀ। ਮੰਨ ਲਓ ਆਈ ਆਪਣੇ ਬੱਚਿਆਂ ਨੂੰ ਸਕੂਲ ਨੂੰ ਭੇਜਣ ਡਿਆਂ, ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਸਾਡੇ ਬੱਚੇ ਬਾਹਰ ਆ ਕੇ ਟਾਈਮ ਸਪੈਂਡ ਕਰਨ ਤੇ ਕਿੰਨਾ ਸਾਡੇ ਮਾਂ ਪਿਓ ਨੂੰ ਕਿੰਨਾ ਦੁੱਖ ਹੁੰਦਾ, ਜਾਂ ਮੈਨੂੰ ਕਿੰਨਾ ਦੁੱਖ ਹੋਇਆ ਕਿ ਮੇਰੇ ਬੱਚੇ ਆ ਕੁਛ ਕਰਨ ਡੇ ਨੇ। ਸਾਨੂੰ ਕੋਈ ਤੀਸਰਾ ਬੰਦਾ ਆ ਕੇ ਸਮਝਾਏ, ਬੋਲੇ ਤੁਹਾਡੀ ਕੁੜੀ ਆਪਾਂ ਉੱਧਰ ਦੇਖੀ ਜੀ, ਉੱਧਰ ਦੇਖੀ, ਸਾਨੂੰ ਕਿੰਨੀ ਸ਼ਰਮਿੰਦਗੀ ਮਹਿਸੂਸ ਹੋਏਗੀ। ਬਟ ਉਹਨਾਂ ਨੇ ਇਹ ਕੁਛ ਤਾਂ ਨਹੀਂ ਕੀਤਾ ਨਾ, ਉਹਨਾਂ ਨੇ ਆਪੇ ਹੀ ਸਮਝਾਇਆ, ਆਪੇ ਹੀ ਡਾਂਟਿਆ ਫਟਕਾਰ ਕੀਤਾ। ਕੋਈ ਬੱਚੇ ਦੀ ਫੋਟੋ ਤਾਂ ਨਹੀਂ ਆਈ, ਬਟ ਬੱਚੇ ਦੀ ਫੋਟੋ ਤਾਂ ਬਰਲ ਕੀਤੀ ਹੋਈ ਸੀ। ਤੇ ਮੈਨੂੰ ਪਤਾ ਨਹੀਂ ਕਿ ਸਮਾਜ ਚਾਹੁੰਦਾ ਕੀ ਹੈ। ਖੁਦ ਹੀ ਚਾਹੁੰਦਾ ਹੈ ਕਿ ਕਾਰਵਾਈ ਹੋਏ, ਫਿਰ ਖੁਦ ਹੀ ਚਾਹੁੰਦਾ ਹੈ ਕਿ ਨਾ ਕਾਰਵਾਈ ਹੋਏ। ਮੈਨੂੰ ਸਮਾਜ ਹੀ ਸਮਝ ਨਹੀਂ ਆਉਂਦੀ ਉਹ ਕਿਸ ਰਾਹ 'ਤੇ ਚੱਲਿਆ ਹੋਇਆ। ਹਾਂਜੀ, ਬਹੁਤ ਜ਼ਿਆਦਾ ਅਸੀਂ ਤੰਗ ਸੀ, ਕਿਉਂਕਿ ਸਾਡੇ ਸੈਂਟਰ ਦੀ ਰੈਪੂਟੇਸ਼ਨ ਵੀ ਖਰਾਬ ਹੁੰਦੀ ਹੈ ਔਰ ਇੱਥੇ ਐਡਮਿਸ਼ਨ ਕਰਾਉਣ 'ਤੇ ਵੀ ਪੇਰੈਂਟਸ ਕਤਰਾਉਂਦੇ ਸੀ।
ਵੀ ਅਸੀਂ ਉੱਥੇ ਨਹੀਂ ਜਾਣਾ, ਉੱਥੇ ਬੱਚੇ ਗਲਤ ਕੰਡੀਸ਼ਨ 'ਚ ਬੈਠੇ ਹੁੰਦੇ ਨੇ, ਉਹਨਾਂ ਦੀ ਰੋਕਥਾਮ ਨਹੀਂ ਹੈ। ਪਬਲਿਕ ਪਲੇਸ ਹੋਣ ਦੇ ਕਰਕੇ ਲੋਕੀ ਮਿਸਯੂਜ਼ ਬੱਚੇ ਕਰਦੇ ਸੀਗੇ, ਜਿਸ ਕਰਕੇ ਅਸੀਂ ਬਹੁਤ ਤੰਗ ਸੀ। ਔਰ ਅਸੀਂ ਇਸ ਜੋ ਵੀ ਇੱਥੇ ਕਾਰਵਾਈ ਹੋਈ ਹੈ ਪੁਲਿਸ ਮਹਿਲਾ ਨੇ ਕੀਤੀ ਹੈ, ਅਸੀਂ ਬਹੁਤ ਖੁਸ਼ ਹਾਂ ਉਹਦੇ ਤੋਂ ਕਿ ਸਾਡਾ ਸੈਂਟਰ ਵੀ ਸੇਫ ਹੋਇਆ ਹੈ ਔਰ ਪਾਰਕ ਵਿੱਚ ਵੀ ਸ਼ਾਂਤੀ ਹੈ। ਸੋ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਸਜ਼ਾ ਜ਼ਰੂਰ ਮਿਲਦੀ। ਹਾਂਜੀ, ਉਹਨਾਂ ਨੂੰ ਸਜ਼ਾ ਮਿਲ ਰਹੀ ਹੈ, ਪਰ ਇਹ ਗਲਤ ਹੈ। ਉਹਨਾਂ ਨੂੰ ਸਗੋਂ ਐਪਰੀਸ਼ੀਏਟ ਕਰਨਾ ਚਾਹੀਦਾ ਸੀ, ਉਹਨਾਂ ਨੂੰ ਤੇ ਅਵਾਰਡ ਦੇਣਾ ਚਾਹੀਦਾ ਸੀ ਕਿ ਉਹਨਾਂ ਨੇ ਵਧੀਆ ਕੰਮ ਕੀਤਾ। ਪਰ ਇਹ ਗਲਤ ਗੱਲ ਹੈ ਕਿ ਜਿਹੜੇ ਸਮਾਜ ਵਿੱਚ ਸਾਡੇ ਹੈਗੇ ਨੇ ਵੂਮਨਸ ਜਾਂ ਜੈਂਟਸ ਨੇ, ਉਹਨਾਂ ਨੇ ਕਿਹਾ ਕਿ ਇਹ ਗਲਤ ਕੀਤਾ ਗਿਆ, ਜਾਂ ਬੱਚਿਆਂ ਨੇ ਵੀ ਗਲਤ ਕੀਤਾ ਹੈ। ਉਹਨਾਂ ਨੂੰ ਤੇ ਉਹਨਾਂ ਨੇ ਕੰਮ ਵਧੀਆ ਕੀਤਾ ਵਾ। ਇਸ ਪਾਰਕ ਦੇ ਵਿੱਚ 50 ਤੋਂ ਲੈ ਕੇ 60 ਤੱਕ ਲੜਕੀਆਂ ਤੇ ਲੜਕੇ ਰੋਜ਼ਾਨਾ ਹੀ ਗਲਤ ਹਰਕਤਾਂ ਕਰਦੇ ਸੀ, ਅਸ਼ਲੀਲ ਹਰਕਤਾਂ ਕਰਦੇ ਸੀ। ਉਹਨਾਂ ਦਾ ਬਹਿਣ ਦਾ ਮਕਸਦ ਸਾਨੂੰ ਕੋਈ ਇਤਰਾਜ਼ ਨਹੀਂ ਵੀ ਬਹਿਣ, ਕੋਈ ਗੱਲ ਨਹੀਂ, ਪਰ ਕਮ ਸੇ ਕਮ ਅਸ਼ਲੀਲ ਹਰਕਤਾਂ ਤੇ ਨਾ ਕਰਨ, ਜਿਹਦੇ ਨਾਲ ਪਾਰਕ ਦਾ ਮਾਹੌਲ ਦੂਸ਼ਿਤ ਹੁੰਦਾ ਸੀ। ਉਹਨਾਂ ਨੂੰ ਕਈ ਵਾਰੀ ਰੋਕਿਆ ਸੀ ਤੇ ਅੱਗੋਂ ਧਮਕੀਆਂ ਦਿੰਦੇ ਸੀ ਤੇ ਕਹਿੰਦੇ ਪਾਰਕ ਤੁਹਾਡੇ ਪਿਓ ਦਾ ਵਾ। ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਅਸੀਂ ਤੇ ਇਹਦਾ ਸਮਰਥਨ ਕਰਦੇ ਹਾਂ, ਕਿਉਂਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੁਣ 2 ਦਿਨ ਹੋ ਗਏ ਪਾਰਕ ਦੇ ਵਿੱਚ ਇਹੋ ਜਿਹੇ ਬੰਦੇ ਹੁਣ ਨਜ਼ਰ ਨਹੀਂ ਆਏ। ਕਿਉਂਕਿ ਕੱਲ੍ਹ ਨੂੰ ਕੋਈ ਵਾਰਦਾਤ ਹੋ ਜਾਂਦੀ ਤੇ ਪ੍ਰਸ਼ਾਸਨ ਨੇ ਫਿਰ ਕਹਿਣਾ ਸੀ ਵੀ ਕਿਸੇ ਨੇ ਗੱਲ ਨਹੀਂ ਕੀਤੀ। ਉਹ ਪੁਲਿਸ ਵਾਲੀ ਲੜਕੀਆਂ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੂੰ, ਕਿਉਂਕਿ ਉਹ ਕੁੜੀਆਂ ਅੱਗੋਂ ਵਾਹ ਯਾਦ ਬੋਲਦੀਆਂ ਨੇ। ਹਰ ਕਿਸੇ ਬੰਦੇ, ਦੁਕਾਨਾਂ ਵਾਲਿਆਂ ਨੇ ਵੀ ਕਈ ਵਾਰ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰੀ ਸੀਟਾਂ ਦੇ ਉੱਤੇ ਅਸੀਂ ਡੀਜ਼ਲ ਵੀ ਪਾਇਆ ਤਾਂ ਕਿ ਇੱਥੇ ਨਾ ਬੈਠ ਕੇ ਗਲਤ ਹਰਕਤਾਂ ਕਰਨ, ਪਰ ਉਹ ਇਹਨਾਂ ਗੱਲ ਨੂੰ ਸਾਨੂੰ ਮੰਨਦੀਆਂ ਸੋ ਲੜਨ ਨੂੰ ਪੈਂਦੀਆਂ ਨੇ ਅੱਗੋਂ। ਦੋਸਤੋ, ਇਸ ਨਾਲ ਦੀਆਂ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦਿਓ। ਰੱਬ ਰਾਖਾ।